ਸ਼੍ਰੀ ਅਕਾਲ ਜੀ, ਫਿਰ ਤੋਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਫਾਈਨਲੀ ਸਤਿ ਸ਼੍ਰੀ ਅਕਾਲ। ਯਾ ਵੈਲਕਮ ਟੂ ਕੈਂਟ ਪੰਜਾਬ ਐਂਡ ਕੰਗ੍ਰੈਚੁਲੇਸ਼ਨਸ ਤੁਹਾਡੇ ਨਵੇਂ ਗਾਣੇ ਦੇ ਲਈ। ਥੈਂਕ ਯੂ ਸੋ ਮਚ, ਬਹੁਤ 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 ਧੰਨਵਾਦ ਤੁਹਾਡਾ ਐਂਡ ਕੈਂਟ ਪੰਜਾਬ ਦੀ ਟੀਮ ਦਾ ਬਹੁਤ ਧੰਨਵਾਦ। ਤੁਸੀਂ ਗਾਣਾ ਦੇਖਿਆ ਔਰ ਗਾਣੇ ਬਾਰੇ ਰਿਵਿਊ ਵੀ ਕੀਤਾ, ਸੋ ਮੈਂ ਤੇ ਮੇਰੀ ਟੀਮ ਦਿੱਤੀ, ਸਾਡੇ ਸਾਰੇ ਵੱਲੋਂ ਬਹੁਤ ਬਹੁਤ ਥੈਂਕਸ ਤੁਹਾਡਾ ਸਾਰਿਆਂ ਦਾ ਜੀ। ਸੋ ਤੁਸੀਂ ਇਸ ਗਾਣੇ ਦੇ ਵਿੱਚ ਆਫ ਕੋਰਸ ਫੀਚਰ ਵੀ ਕੀਤਾ ਹੈ, ਦੈਨ ਯੂ ਆਰ ਲਾਈਕ ਲਿਰਿਸਿਸਟ ਵੀ ਹੈਗੇ ਹੋ, ਯੂ ਨੋ ਹਜੇ ਤੱਕ ਮੈਨੂੰ ਲੱਗਦਾ ਕਿ ਤੁਸੀਂ ਪ੍ਰੋਫੈਸ਼ਨ ਨਾ ਬਹੁਤ ਜ਼ਿਆਦਾ ਮਤਲਬ ਚੂਜ਼ ਕਰ ਲਏ ਨੇ। ਤੁਸੀਂ ਐਕਟਰ ਵੀ ਹੈਗੇ ਹੋ, ਕਾਮੇਡੀ ਆਫ ਕੋਰਸ ਕਰਦੇ ਹੋ, ਦੈਨ ਹੋਸਟ ਵੀ ਹੈਗੇ ਹੋ, ਨਾਓ ਲਿਰਿਸਿਸਟ, ਯੂ ਨੋ ਇੰਨੇ ਸਾਰੇ ਪ੍ਰੋਫੈਸ਼ਨ, ਮਤਲਬ ਸਾਰਾ ਕੁਝ ਕਰਨਾ ਆਪਾਂ। ਮਹਿੰਗਾਈ ਬੜੀ ਹੋ ਗਈ, ਕੀ ਕਰੀਏ, ਖਰਚੇ ਨਹੀਂ ਚੱਲਦੇ। ਇੱਕ ਜਗ੍ਹਾ ਨਹੀਂ ਆਪਾਂ ਕਰਨਾ, ਆਪਾਂ ਹਰ ਜਗ੍ਹਾ ਕਰਨਾ। ਮੈਨੂੰ ਏਦਾਂ ਲੱਗਦਾ ਹੈ ਸੀ ਰਾਈਟਿੰਗ ਮੇਰਾ ਹਮੇਸ਼ਾ ਤੋਂ ਹੀ ਸ਼ੁਰੂ ਤੋਂ ਹੀ ਮੇਰੇ ਕਰੀਅਰ ਦੇ ਵਿੱਚ ਸਭ ਤੋਂ ਵੱਧ ਸਪੋਰਟ ਮੈਨੂੰ ਰਾਈਟਿੰਗ ਨੇ ਕੀਤੀ ਹੈ। ਜਦੋਂ ਮੈਂ ਕਾਮੇਡੀ ਔਨ ਸਕਰੀਨ ਨਹੀਂ ਵੀ ਸੀ ਕਰਦਾ, ਮੈਂ ਉਦੋਂ ਰਾਈਟਿੰਗ ਕਰਦਾ ਹੁੰਦਾ ਸੀ। ਮੈਂ ਗੋਸਟ ਰਾਈਟਿੰਗ ਬਹੁਤ ਕੀਤੀ ਹੈ, ਭੂਤ ਬਣ ਕੇ ਬੜਾ ਲਿਖਿਆ, ਜਿਹਦੇ ਚ ਸਾਡੀ ਲਿਖਾਵਟ ਸਾਹਮਣੇ ਆਉਂਦੀ ਸੀ ਪਰ ਨਾਮ ਨਹੀਂ ਸੀ ਆਉਂਦਾ। ਔਰ ਕਾਮੇਡੀ ਜਦੋਂ ਕਰਨੀ ਸ਼ੁਰੂ ਕੀਤੀ, ਲੋਕਾਂ ਨੂੰ ਚੰਗੀ ਲੱਗਣੀ ਸ਼ੁਰੂ ਹੋ ਗਈ, ਇਸ ਕਰਕੇ ਕਰਦੇ ਰਹੇ। ਔਰ ਹੁਣ ਵਿਆਹ ਹੋ ਗਿਆ ਔਰ ਵਾਈਫ ਜਿਹੜੀ ਹੈ ਉਹ ਮਿਊਜ਼ਿਕ ਨੂੰ ਪਸੰਦ ਕਰਦੀ ਹੈ, ਉਹਦਾ ਜੀ ਜਾਨ ਮਿਊਜ਼ਿਕ ਹੈ, ਰਾਈਟ। ਸੋ ਲੋਕਡਾਊਨ ਹੋ ਗਿਆ ਸੀ ਜਿੱਦਾਂ ਹੀ ਵਿਆਹ ਹੋਇਆ, ਲੋਕਡਾਊਨ ਦੇ ਵਿੱਚ ਮੈਰਿਜ ਹੋਈ, ਪੂਰਾ 1 ਸਾਲ ਕੰਮ ਬੰਦ ਰਿਹਾ, ਘਰਾਂ 'ਚ ਬੰਦ ਰਹੇ, ਬੰਬੇ ਸਪੈਸ਼ਲੀ ਬਹੁਤ ਜ਼ਿਆਦਾ ਸਟ੍ਰਿਕਟ ਲੋਕਡਾਊਨ ਸੀਗਾ। ਸੋ ਉਹ ਘਰ ਦੇ ਵਿੱਚ ਰਹਿ ਕੇ ਮਿਊਜ਼ੀਕਲ ਮਾਹੌਲ ਬਣਦਾ ਸੀਗਾ, ਜੈਮਿੰਗਸ ਹੁੰਦੀਆਂ ਸੀਗੀਆਂ, ਸੋ ਸਾਨੂੰ ਵੀ ਜਾਗਣਾ ਪੈਂਦਾ ਸੀ। ਤੇ ਫਿਰ ਆਰਟਿਸਟ ਆਦਮੀ ਜਦੋਂ ਜਾਗ ਰਿਹਾ ਹੁੰਦਾ ਤੇ ਕੁਛ ਨਾ ਕੁਛ ਨੂੰ ਲੱਗਦਾ ਮੈਂ ਵੀ ਕੰਟਰੀਬਿਊਟ ਕਰਾਂ, ਤੇ ਬਸ ਫਿਰ ਇਦਾਂ ਹੀ ਨਾਲ ਲੱਗਦੇ ਚੀਜ਼ਾਂ ਬਣ ਗਈਆਂ ਔਰ ਸੋਹਣਾ ਬਣ ਕੇ ਆ ਗਿਆ ਐਂਡ ਲੋਕਾਂ ਨੂੰ ਪਸੰਦ ਆ ਰਿਹਾ। ਸੋ ਮੈਂ ਐਕਚੁਅਲੀ ਬੜਾ ਖੁਸ਼ ਹਾਂ। ਨਹੀਂ ਤਾਂ ਲੋਕੀ ਕਹਿੰਦੇ ਹੁੰਦੇ ਆ, ਸਾਡੇ ਤਾਂ ਪੰਜਾਬ ਵਾਲੇ ਤਾਂ ਸਾਡੇ ਬਹੁਤ ਖੁੱਲੇ ਸੁਭਾਅ ਦੇ ਨੇ, ਉਹ ਸਿੱਧਾ ਕਮੈਂਟ ਕਰਦੇ, ਬਾਈ ਯਾਰ ਕੀ ਕਰੀ ਜਾਣਾ, ਹਾਸੇ ਪਾਈ ਜਾ, ਚੁੱਪ ਕਰਕੇ ਕਿਹੜੇ ਕੰਮਾਂ 'ਚ ਪੈ ਗਿਆ। ਸੋ ਆਪਣੇ ਵਾਲੇ ਤਾਂ ਸਿੱਧੇ ਹੋ ਜਾਂਦੇ ਬਿਲਕੁਲ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕਾਂ ਨੂੰ ਪਸੰਦ ਆ ਰਿਹਾ ਔਰ ਲੋਕੀ ਐਪਰੀਸ਼ੀਏਟ ਕਰ ਰਹੇ ਕਿ ਵਧੀਆ ਚੀਜ਼ ਬਣੀ ਹੈ, ਸੋਹਣੀ ਚੀਜ਼ ਬਣੀ ਜੀ। ਮਤਲਬ ਆਪਾਂ ਇਹ ਦੇਖੀਏ ਕਿ ਚਲੋ ਤੁਹਾਡਾ ਹਜੇ ਨਵਾਂ ਵਿਆਹ ਹੋਇਆ, ਪਰ ਨਵੇਂ ਵਿਆਹ ਤੋਂ ਬਾਅਦ ਤੁਸੀਂ ਇਮੋਸ਼ਨਲ ਲਿਰਿਕਸ ਲਿਖਤੇ। ਪਹਿਲਾਂ ਤਾਂ ਦੇਖਿਆ ਸੀ ਕਿ ਵਿਆਹ ਤੋਂ ਬਾਅਦ ਹੋਇਆ ਇਹ ਨਵਾਂ ਹੋਇਆ, ਪਰ ਵਿਆਹ ਤੋਂ ਪਹਿਲਾਂ ਵੀ ਤੇ ਬੰਦੇ ਦਾ ਦਿਲ ਟੁੱਟਿਆ ਹੋ ਸਕਦਾ। ਸਹੀ ਗੱਲ ਹੈ। ਔਰ ਨਹੀਂ, ਐਕਚੁਅਲ ਦੇ ਵਿੱਚ ਨਾ ਇਹ ਗਾਣਾ ਮੈਂ ਇਕੱਲੇ ਨੇ ਨਹੀਂ ਲਿਖਿਆ। ਇਹ ਗਾਣਾ ਜਦੋਂ ਇਹ ਗਾਣਾ ਬਣ ਰਿਹਾ ਸੀ, ਇਹ ਗਾਣਾ ਸਾਡੇ ਘਰ ਹੀ ਬਣਿਆ। ਮੈਂ ਆਪਣੇ ਰੂਮ ਦੇ ਵਿੱਚ ਮੈਡੀਟੇਟ ਕਰ ਰਿਹਾ ਸੀ ਰਾਤ ਨੂੰ। ਦੀਪਤੀ ਔਰ ਕੁਨਾਲ ਜਿਹੜਾ ਸਾਡੇ ਮਿਊਜ਼ਿਕ ਡਾਇਰੈਕਟਰ ਹੈ, ਕੰਪੋਜ਼ਰ ਹੈ, ਉਹ ਅਲੱਗ ਜੈਮਿੰਗ ਕਰ ਰਹੇ ਸੀ। ਉਹਨਾਂ ਨੇ ਆਈਡੀਆ ਕ੍ਰੀਏਟ ਕੀਤਾ ਰਾਤ ਨੂੰ 2:30-3 ਵਜੇ। ਤੇ ਜਦੋਂ ਕ੍ਰੀਏਟ ਹੋਇਆ ਆਈਡੀਆ, ਉਹਨਾਂ ਨੇ ਮੈਨੂੰ ਉਠਾ ਲਿਆ, ਕਹਿੰਦੇ ਆਓ ਸੁਣੋ ਆ ਕੇ। ਜਦੋਂ ਮੈਂ ਸੁਣਿਆ, ਮੈਂ ਨੀਂਦ 'ਚ ਹੀ ਕਹਤਾ, ਮੈਂ ਕਿਹਾ ਮੈਂ ਗਾਣਾ। ਉਹਨਾਂ ਨੇ ਨੀਂਦ 'ਚ ਹੀ ਮੇਰੇ ਤੋਂ ਡੱਬ ਕਰਾ ਲਿਆ। ਤੇ ਫਿਰ ਸਾਡਾ ਇੱਕ ਦੋਸਤ ਹੈ ਮੁੰਡਾ, ਮਨੀ ਸਿੰਘ ਘਰਿਆਲ, ਜਿਹਨੇ ਸ਼ੁਕਰ ਕਰਦੇ ਲਿਰਿਕਸ ਲਿਖੇ ਨੇ। ਅਸੀਂ ਮਣੀ ਨੂੰ ਆਈਡੀਆ ਭੇਜਿਆ, ਮਣੀ ਨੇ ਕੁਝ ਚੀਜ਼ਾਂ ਲਿਖ ਕੇ ਭੇਜੀਆਂ। ਫਿਰ ਕੁਝ ਚੀਜ਼ਾਂ ਮੇਰੇ ਵਾਲਾ ਪੋਰਸ਼ਨ ਜਿਹੜਾ ਉਹ ਅਟਕਦਾ ਪਿਆ ਸੀ, ਕੀ ਕਰੀਏ। ਫਿਰ ਮੈਂ ਕਿਹਾ ਚਲੋ ਆਪਣਾ ਮੈਂ ਆਪ ਲਿਖਦਾ, ਤੁਸੀਂ ਆਪਣਾ ਮੈਨੂੰ ਕਰਕੇ ਦੱਸੋ। ਸੋ ਇਮੋਸ਼ਨਲ ਲਿਰਿਕਸ ਦੇ ਵਿੱਚ ਦੇਖਿਆ ਜਾਵੇ ਤਾਂ ਨਵਾਂ ਵਿਆਹ ਹੋਇਆ ਤੇ ਐਂਡ 'ਚ ਬੰਦੇ ਨੇ ਸਫਾਈ ਵੀ ਦਿੱਤੀ ਹੈ ਵੀ ਮੈਂ ਧੋਖੇਬਾਜ਼ ਨਹੀਂ ਹੈਗਾ ਕੁੜੀਏ, ਤੂੰ ਤੇ ਐਵੇਂ ਫੋਨ ਦੇ ਉੱਤੇ ਕਿਸੇ ਕੁੜੀ ਦੀ ਫੋਟੋ ਦੇਖ ਲਈ ਤੇ ਤੂੰ ਕਿਹੜੇ ਚੱਕਰਾਂ 'ਚ ਪੈ ਗਈ, ਹੈਨਾ। ਸੋ ਉਹ ਪਰਸਨਲ ਲਾਈਫ ਵੀ ਬੜੇ ਲੋਕਾਂ ਨਾਲ ਹੁੰਦਾ ਜਿਹਨਾਂ ਦਾ ਵਿਆਹ ਹੋਇਆ ਹੁੰਦਾ, ਕਿ ਫੋਨ ਦੇ ਉੱਤੇ ਕਿਸੇ ਕੁੜੀ ਦਾ ਮੈਸੇਜ ਆ ਗਿਆ ਜਾਂ ਨੋਟੀਫਿਕੇਸ਼ਨ ਆ ਗਈ ਤੇ ਵਾਈਫ ਦੇਖਦੀ ਹੈ ਵੀ ਇਹ ਕੌਣ ਹੈ। ਸੋ ਇਸ ਕਰਕੇ ਉਹ ਵੀ ਤਾਂ ਸਫਾਈ ਦਿੱਤੀ। ਮੈਂ ਆਪਣੀ ਪੂਰੀ ਕਮਿਊਨਿਟੀ ਨੂੰ ਡਿਫੈਂਡ ਕੀਤਾ, ਜਿੰਨੇ ਵੀ ਅਸੀਂ ਸਾਰੇ ਹੋਏ ਆ। ਐਂਡ ਔਰ ਸਭ ਤੋਂ ਅਮੇਜ਼ਿੰਗ ਗੱਲ ਹੈ ਕਿ ਇੱਕ ਹੈਪੀ ਐਂਡਿੰਗ ਹੈ ਗਾਣੇ ਦੀ। ਜਿਵੇਂ ਗਾਣਾ ਲੱਗ ਰਿਹਾ ਸੀ, ਇੱਕ ਬਿਟਰੇਲ ਵਾਲਾ ਹੋਰ ਗਾਣਾ ਆ ਗਿਆ ਕਿ ਇਹਦੇ 'ਚ ਵੀ ਧੋਖਾ ਦਿੱਤਾ ਮੁੰਡਾ, ਦੂਜੀ ਕੁੜੀ ਦੇ ਮਗਰ ਹੈ, ਵਾਈਫ ਚੀਟਡ ਫੀਲ ਕਰਦੀ ਪਈ ਹੈ। ਸੋ ਸਾਡੇ ਮਨ 'ਚ ਸਭ ਤੋਂ ਵੱਡਾ ਇਹੀ ਡਰ ਸੀਗਾ ਕਿ ਯਾਰ ਇਦਾਂ ਦੇ ਤਾਂ ਬਹੁਤ ਗਾਣੇ ਆਉਂਦੇ, ਬੜੇ ਵੱਡੇ ਸਿੰਗਰਾਂ ਦੇ ਆਉਂਦੇ ਆ, ਬੜੇ ਵੱਡੇ ਲੇਬਲ ਤੋਂ ਆਉਂਦੇ ਆ, ਤੇ ਲੋਕੀ ਸਾਡਾ ਗਾਣਾ ਕਿਉਂ ਵੇਖੂਗੇ। ਸੋ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ, ਬਲਜਿੰਦਰ ਭਾਜੀ, ਉਹਨਾਂ ਨੇ ਕਿਹਾ ਨਹੀਂ ਯਾਰ ਕੁਝ ਕਰਦੇ ਆ ਐਂਡ ਤੇ। ਫਿਰ ਜਦੋਂ ਉਹਨਾਂ ਨੇ ਉਹ ਗਾਣਾ ਰਿਵਾਈਂਡ ਚਲਾ ਦਿੱਤਾ ਨਾ, ਉਹ 10 ਸੈਕਿੰਡ ਦੇ ਵਿੱਚ ਹੀ, ਉੱਥੇ ਮੈਨੂੰ ਲੱਗਿਆ this is something good, let's final this। ਜੀ। ਪਹਿਲਾਂ ਆਫ ਕੋਰਸ ਮੈਂ ਤੁਹਾਡੇ ਜਿੱਦਾਂ ਹਜੇ ਦੇਖਿਆ ਵੀ ਸੀਗਾ, ਤੁਸੀਂ ਇਹ ਵੀ ਕਿਹਾ ਹੋਇਆ ਹੈ ਕਿ ਤੁਹਾਡਾ ਡ੍ਰੀਮ IAS ਜਾਂ IPS ਬਣਨ ਦਾ ਵੀ ਸੀਗਾ। ਹਾਂ ਬਿਲਕੁਲ ਸੀਗਾ, ਹਨਾ ਸੀਗਾ, ਪਰ ਇਹ ਤੁਸੀਂ ਇੱਕਦਮ ਉਲਟ ਜਗ੍ਹਾ ਤੇ ਆ ਗਏ। ਇਸ ਦਾ ਕੋਈ ਵੀ IAS ਤੇ IPS ਨਾਲ ਕੋਈ ਵੀ ਲੈਣਾ ਦੇਣਾ
ਕਰਨਾ ਨਹੀਂ ਹੈਗਾ। ਹਾਂ ਇੱਕਦਮ ਮਤਲਬ ਡਰਾਸਟਿਕ ਚੇਂਜ ਬੰਦਾ ਹੁੰਦਾ ਕਿ ਚਲੋ ਕੁਝ ਹੋਰ ਸੋਚ ਲੈਂਦਾ ਗਵਰਨਮੈਂਟ ਸਰਵਿਸ ਤੇ, ਪਰ ਤੁਸੀਂ ਤਾਂ ਇੱਕਦਮ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਆ ਗਏ। ਦੇਖੋ ਕੁਝ ਸੁਪਨੇ ਹੁੰਦੇ ਆ, ਤੁਹਾਡੇ ਕੁਝ ਪਲਾਨ ਹੁੰਦੇ ਆ, ਤੁਹਾਡੇ ਮਾਲਕ ਦੇ ਡੈਸਟੀਨੀ ਦੇ ਵੀ ਆਪਣੇ ਪਲਾਨ ਹੁੰਦੇ ਆ ਕੁਝ, ਹਨਾ। ਤੇ ਐਕਚੁਅਲ ਦੇ ਵਿੱਚ ਮੈਂ ਸਿਵਲ ਸਰਵਿਸਿਜ਼ ਕਰਨਾ ਚਾਹੁੰਦਾ ਸੀ, ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ। ਮੈਨੂੰ ਸੀਗਾ IPS IAS ਕਰਾਂਗੇ, ਔਰ ਕੁਝ ਚੀਜ਼ਾਂ ਮੈਨੂੰ ਲੱਗਦੀਆਂ ਸਿਸਟਮ 'ਚ ਠੀਕ ਨਹੀਂ ਹੈਗੀਆਂ, ਹਨਾ। ਇਹ ਸਿਸਟਮ ਨੂੰ ਹੋਰ ਬੈਟਰ ਕਰਨ ਲਈ ਆਪਣੇ ਵੱਲੋਂ ਕੁਝ ਕੰਟਰੀਬਿਊਟ ਕਰਾਂਗੇ। ਬਟ ਇਵੈਂਚੁਅਲੀ ਆਪਾਂ ਇੰਡਸਟਰੀ 'ਚ ਹੈਗੇ, ਆਪਾਂ ਇਹਦੇ 'ਚ ਵੀ ਤਾਂ ਸਿਵਲ ਸਰਵਿਸਿਜ਼ ਹੀ ਕਰਦੇ ਹਾਂ, ਆਪਾਂ ਲੋਕਾਂ ਲਈ ਹੀ ਕਰਦੇ ਹਾਂ ਕੰਮ, ਲੋਕਾਂ ਨੂੰ ਐਂਟਰਟੇਨ ਕਰਦੇ ਹਾਂ। ਸਪੈਸ਼ਲੀ ਬੀਇੰਗ ਅ ਕਮੇਡੀਅਨ, ਲੋਕੀ ਸਟ੍ਰੈਸ 'ਚ ਨੇ ਆਪਣੀ ਲਾਈਫ ਦੇ ਵਿੱਚ, ਜਦੋਂ ਸਾਨੂੰ ਦੇਖਦੇ ਨੇ ਤੇ ਦੇ ਫੀਲ ਹੈਪੀ, ਹੈਨਾ। ਸੋ ਇੱਕ ਤਰ੍ਹਾਂ ਦੀ ਇਹ ਵੀ ਪਬਲਿਕ ਸਰਵੈਂਟ ਹੀ ਆ ਅਸੀਂ। ਜੇ ਚੰਗਾ ਕੰਮ ਲੋਕੀ ਵਾਹ ਦਿੰਦੇ ਨੇ, ਮਾੜਾ ਕੰਮ ਕਰਦੇ ਆ ਲੋਕੀ ਜਨਤਾ ਟਰੋਲ ਕਰ ਕਰਕੇ ਨੇਰੀਆਂ ਲਿਆ ਦਿੰਦੀ ਹੈ। ਸੋ ਇਵੈਂਚੁਅਲੀ ਕੰਮ ਉਹੀ ਹੋ ਰਿਹਾ, ਬਟ ਹਾਂ ਚੇਂਜਸ ਬਹੁਤ ਨੇ। IPS ਕਰਨ ਵਾਸਤੇ ਰੈਗੂਲਰ ਪੜ੍ਹਾਈ ਦੇ ਵਿੱਚ, ਕੋਚਿੰਗ ਦੇ ਵਿੱਚ ਬਹੁਤ ਖਰਚੇ ਸੀਗੇ, ਕਾਫੀ ਚੀਜ਼ਾਂ ਸੀਗੀਆਂ ਜੋ ਕਿ ਉਸ ਟਾਈਮ ਤੇ ਸ਼ਾਇਦ ਫੈਮਿਲੀ ਅਸੀਂ ਅਫੋਰਡ ਨਹੀਂ ਸੀ ਕਰ ਪਾ ਰਹੇ, ਔਰ ਇਸ ਕਰਕੇ ਸੁਪਨਾ ਜਿਹੜਾ ਅਧੂਰਾ ਰਹਿ ਗਿਆ। ਬਟ ਮਾਲਕ ਨੇ ਜਿਹੜੀ ਫੀਲਡ 'ਚ ਪਾਇਆ, ਇਹਦੇ 'ਚ ਕਿਸੇ ਫਿਲਮ 'ਚ ਪੁਲਿਸ ਵਾਲੇ ਬਣ ਜਾਗੇ ਜਾਂ ਕਿਸੇ ਸ਼ੋਅ ਦੇ ਵਿੱਚ IAS ਬਣ ਜਾਗੇ। ਸੋ ਐਕਟਰ ਤੇ ਕੁਝ ਵੀ ਬਣ ਸਕਦਾ। ਤੇ ਇੱਧਰ ਆਪਣਾ ਚੱਲ ਪਿਆ, ਹੁਣ ਇੱਧਰ ਕੀ ਕਰੀਏ, ਇੱਧਰ ਤੁੱਕਾ ਚੱਲ ਪਿਆ, ਉਹ ਤੁੱਕਾ ਲਾਇਆ ਸੀ, ਲੋਟਰੀ ਲੱਗ ਗਈ, ਇੱਧਰ ਚੱਲ ਪਿਆ। ਬਟ ਮੈਂ ਖੁਸ਼ ਹਾਂ, ਕਿਉਂਕਿ ਤੁਸੀਂ ਜ਼ਿੰਦਗੀ 'ਚ ਹਮੇਸ਼ਾ ਜੋ ਆਪ ਸੋਚਦੇ ਹੋ, ਕਈ ਵਾਰੀ ਉਹ ਤੁਹਾਡੇ ਲਈ ਠੀਕ ਨਹੀਂ ਹੁੰਦਾ, ਕਈ ਵਾਰੀ ਕੁਦਰਤ ਦੇ ਤੁਹਾਡੇ ਵਾਸਤੇ ਤੁਹਾਡੇ ਨੂੰ ਬੈਟਰ ਹੁੰਦੇ ਆ। ਸੋ ਮੈਂ ਆਪਣੇ ਆਪ 'ਚ ਬਹੁਤ ਸਕੂਨ 'ਚ ਆ ਕਿ ਜੇ ਮੈਂ ਉਹ ਨਹੀਂ ਵੀ ਬਣ ਪਾਇਆ, ਚਲੋ ਮੈਂ ਕੁਛ ਤਾਂ ਬਣ ਗਿਆ ਜ਼ਿੰਦਗੀ 'ਚ। जी, ਇੱਥੇ ਇੱਕ ਸਵਾਲ ਵੀ ਆਇਆ ਸਰ, ਕਾਮੇਡੀ ਸਰਕਸ ਦਾ ਨया ਸੀਜ਼ਨ ਕਬ ਆਏਗਾ? ਇਹ ਚੈਨਲ ਨੂੰ ਪੁੱਛਣਾ ਪੈਣਾ, ਅਸੀਂ ਵੀ 2-3 ਵਾਰੀ ਪੁੱਛਿਆ, ਕਹਿੰਦੇ ਛੇਤੀ ਲਿਆਵਾਂਗੇ ਛੇਤੀ। ਸੋ ਅਸੀਂ ਵੀ ਈਗਰਲੀ ਵੇਟ ਕਰਦੇ ਪਏ ਆ। ਆਈ ਥਿੰਕ ਅਗਲੇ ਸਾਲ ਆਉਣਾ ਚਾਹੀਦਾ ਹੈ। ਫਿਲਹਾਲ ਜੀ ਕਾਮੇਡੀ ਸ਼ੋਅ ਚੱਲ ਰਿਹਾ ਹੈ ZTV ਤੇ, ਸ਼ਨੀਵਾਰ ਐਤਵਾਰ ਰਾਤ ਨੂੰ ਆਉਂਦਾ ਜੀ 10 ਵਜੇ। ਤੁਹਾਨੂੰ ਟਾਈਮ ਲੱਗੇ ਤਾਂ ਜ਼ਰੂਰ ਦੇਖਿਓ ਜੀ। ਐਂਡ ਕਾਮੇਡੀ ਸਰਕਸ ਵੀ ਜਲਦੀ ਆਏਗਾ। ਆਈ ਐਮ ਵੈਰੀ ਹੋਪਫੁਲ ਕਿ ਅਗਲੇ ਸਾਲ 2022 ਚ ਬਹੁਤ ਵਧੀਆ ਚੀਜ਼ਾਂ ਹੋਣਗੀਆਂ। ਜੀ, ਤੇ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਆਇਆ ਕਿ ਤੁਸੀਂ ਖਤਰੋਂ ਕੇ ਖਿਲਾੜੀ ਸੀਜ਼ਨ 10 ਦੇ ਵਿੱਚ ਬਹੁਤ ਕਿਊਟ ਸੀਗੇ। ਮੈਂ ਲਾਈਵ ਤੇ ਵੀ ਕਿਊਟ ਹੀ ਆ, ਦੇਖੋ ਮੇਰੇ ਵੱਲ ਧਿਆਨ ਨਾਲ, ਮੈਂ ਕਿੰਨਾ ਕਿਊਟ ਲੱਗ ਰਿਹਾ। ਤਾਂ ਹੀ ਤਾਂ ਕਿੰਨੇ ਲੋਕ ਕਹਿ ਗਏ ਤੁਸੀਂ ਕਿੰਨੇ ਕਿਊਟ ਹੋ। ਮੈਂ ਬਹੁਤ ਕਿਊਟ ਸੀਗਾ। ਜਦੋਂ ਤੁਹਾਡੇ ਸਾਹਮਣੇ 10 ਫੁੱਟ ਤੇ 40 ਸੱਪ ਪਏ ਹੁੰਦੇ ਨਾ, ਉਦੋਂ ਡਰ ਦੇ ਨਾਲ ਕਿਊਟਨੈਸ ਨਿਕਲ ਆਉਂਦੀ ਬੰਦੇ ਦੀ ਬਾਹਰ। ਜਦੋਂ ਤੁਹਾਨੂੰ ਤੇ ਉਹ ਪਹਾੜ ਦੇ ਉੱਤੇ ਕਹਿੰਦੇ ਥੱਲੇ ਛਾਲ ਮਾਰੋ, ਜਾਂ ਤੁਹਾਨੂੰ ਪਾਣੀ ਸੁੱਟ ਦਿੰਦੇ ਆ ਠੰਡੇ ਤੇ, ਤੁਹਾਨੂੰ ਤੈਰਨਾ ਨਹੀਂ ਹੁੰਦਾ, ਉਹ ਸਾਡੀਆਂ ਜਿਹੜੀਆਂ ਚੀਕਾਂ ਨਿਕਲਦੀਆਂ ਲੋਕਾਂ ਨੂੰ ਕਿਊਟਨੈਸ ਲੱਗਦੀ ਹੈ। ਅੰਦਰਲੀ ਗੱਲ ਤਾਂ ਸਾਨੂੰ ਹੀ ਪਤਾ ਹੁੰਦੀ ਹੈ। ਅੰਦਰਲੀ ਗੱਲ ਤਾਂ ਸਾਨੂੰ ਹੀ ਪਤਾ ਹੈ ਕਿ ਕਿੱਦਾਂ ਅਸੀਂ ਮਤਲਬ ਉੱਥੇ ਚੀਕਾਂ ਮਾਰੀਆਂ, ਕਿਵੇਂ ਲੱਤ ਸੜ ਗਈ ਮੇਰੀ, ਲੈਫਟ ਜਿਹੜੀ ਹੈ ਲੱਤ ਹੈ, ਉਹਦੇ ਉੱਤੇ ਕਾਫੀ ਜਲ ਗਿਆ ਸੀ, ਕਾਫੀ ਜ਼ਖਮ ਹੋ ਗਏ ਸੀ। ਫਿਰ ਸੱਪਾਂ ਨੇ ਮੈਨੂੰ ਬਹੁਤ ਤੰਗ ਕੀਤਾ, ਮਧੂਮੱਖੀਆਂ ਨੇ ਅਟੈਕ ਕਰ ਲਿਆ। ਮੈਨੂੰ ਤਾਂ ਐਂ ਲੱਗਦਾ ਸੀ ਇਹ ਮੈਨੂੰ ਇੱਥੇ ਪਤਾ ਨਹੀਂ ਮਾਰਨ ਵਾਸਤੇ ਲੈ ਕੇ ਆਏ ਪੈਸੇ ਦੇ ਕੇ। ਬਟ ਮਜ਼ਾ ਬਹੁਤ ਆਇਆ, ਔਰ ਲੋਕਾਂ ਨੂੰ ਐਕਚੁਅਲ ਦੇ ਵਿੱਚ, ਮੈਨੂੰ ਅੱਜ ਵੀ 1.5 ਸਾਲ ਹੋ ਗਏ ਉਸ ਸ਼ੋਅ ਨੂੰ। ਉਸ ਤੋਂ ਬਾਅਦ 2 ਸੀਜ਼ਨ ਹੋਰ ਆ ਗਏ ਖਤਰੋਂ ਕੇ ਖਿਲਾੜੀ ਦੇ, ਬਟ ਲੋਕ ਹੱਲੇ ਵੀ ਮੈਸੇਜ ਕਰਦੇ ਗਏ, ਭਾਜੀ ਜਿੰਨੀ ਓਨੈਸਟੀ ਤੇ ਇਮਾਨਦਾਰੀ ਨਾਲ ਤੁਸੀਂ ਕੀਤਾ ਸ਼ੋਅ, ਸਾਨੂੰ ਬੜਾ ਮਜ਼ਾ ਆਇਆ। ਕਿਉਂਕਿ ਮੈਂ ਕਦੇ ਵੀ ਪ੍ਰਟੈਂਡ ਨਹੀਂ ਕੀਤਾ ਕਿ ਮੈਂ ਬੜਾ ਬਹਾਦਰ ਹਾਂ, ਜਾਂ ਮੈਂ ਕਦੇ ਵੀ ਡਰਾਮਾ ਨਹੀਂ ਕੀਤਾ। ਮੈਂ ਡਰਪੋਕ, ਮੇਰੀ ਜੇ ਚੀਕ ਨਿਕਲਦੀ ਸੀ ਤੇ ਆਪੇ ਨਿਕਲ ਜਾਂਦੀ ਸੀ। ਰੀਅਲ ਸੀ ਜੋ ਵੀ ਸੀਗਾ। ਜੀ ਬਿਲਕੁਲ। ਸੋ ਇੱਥੇ ਇੱਕ ਹੋਰ ਮੈਨੂੰ ਲੱਗਦਾ ਤੁਹਾਨੂੰ ਇਹ ਬਹੁਤ ਹੀ ਕਾਮਨ ਸਵਾਲ ਹੋ ਗਿਆ ਹੋਣਾ ਹੁਣ ਤਾਂ, ਇੱਥੇ ਵੀ ਪੁੱਛਿਆ ਗਿਆ ਹੈ ਕਿ ਬਈ ਬਿਗ ਬੌਸ ਦੇ ਵਿੱਚ ਕਦੋਂ ਆ ਰਹੇ ਹੋ? 3 ਸਾਲ ਹੋ ਗਏ ਮੈਨੂੰ ਸਵਾਲ ਦਾ ਜਵਾਬ ਦਿੰਦੇ ਨੂੰ। ਅੱਜ ਸਵੇਰੇ ਵੀ ਤੁਹਾਡੇ ਮੈਂ ਕਹਿ ਰਹੀ ਹਾਂ ਸੀਗੀ, ਉਹਦੇ 'ਚ ਵੀ ਉਹੀ ਪੁੱਛ ਰਹੇ ਸੀ, ਕਹਿੰਦੇ ਤੁਹਾਡਾ ਹਰ ਸਾਲ ਨਾਮ ਆਉਂਦਾ, ਤੁਸੀਂ ਆਉਂਦੇ ਕਿਉਂ ਨਹੀਂ? ਤੇ ਮੈਂ ਵੈਸੇ ਤਾਂ ਬਿਗ ਬੌਸ ਦੇ ਘਰ 'ਚ 4-5 ਵਾਰ ਜਾ ਚੁੱਕਾ ਐਜ਼ ਅ ਗੈਸਟ। ਇੱਕ ਵਾਰ ਆਪਣੇ ਸ਼ੋਅ ਨੂੰ ਪ੍ਰਮੋਟ ਕਰਨ ਗਿਆ ਸੀ, ਇੱਕ ਵਾਰ ਨਿਊ ਈਅਰ ਤੇ ਉਹਨਾਂ ਨੂੰ ਐਂਟਰਟੇਨ ਕਰਨ ਗਿਆ ਸੀ, ਹੈਨਾ। ਔਰ ਆਫੀਸ਼ੀਅਲੀ ਬਿਗ ਬੌਸ ਦਾ ਹਿੱਸਾ ਨਹੀਂ ਬਣਿਆ ਮੈਂ ਹਾਲੇ ਤੱਕ। ਪਤਾ ਨਹੀਂ, ਆਈ ਡੋਂਟ ਨੋ ਕਦੋਂ ਆਊਂਗਾ ਕਦੋਂ ਨਹੀਂ ਆਊਂਗਾ। ਮੈਂ ਜਦੋਂ ਸਿਰਫ ਇਹ ਬਿਗ ਬੌਸ ਕਰਨ ਦਾ ਸਿਰਫ ਇਹੀ ਨਹੀਂ ਹੁੰਦਾ ਕਿ ਤੁਹਾਨੂੰ ਆਫਰ ਆਇਆ ਤੁਸੀਂ ਕਰ ਲਿਆ। ਬਹੁਤ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਮੈਟਰ ਕਰਦੀਆਂ, ਕਿਉਂਕਿ ਤੁਹਾਨੂੰ ਸਾਰਾ ਕੁਝ ਛੱਡ ਕੇ ਜਾਣਾ ਪੈਣਾ। ਕੀ ਤੁਹਾਡੇ ਕੋਲ ਉਹਨੇ ਦਿਨ, ਉਹਨਾਂ ਟਾਈਮ ਹੈਗਾ
ਕਿਉਂਕਿ ਤੁਸੀਂ ਘਰ ਦੇ ਅੰਦਰ ਭਾਵੇਂ 15 ਦਿਨ ਰਹੋ, ਭਾਵੇਂ 50 ਦਿਨ ਰਹੋ, ਭਾਵੇਂ 100 ਦਿਨ ਰਹੋ, ਤੁਹਾਨੂੰ ਐਗਰੀਮੈਂਟ ਪੂਰੇ 100 ਦਿਨ ਦਾ ਹੀ ਕਰਨਾ ਪੈਂਦਾ, ਰਾਈਟ। ਤੁਸੀਂ ਹੋਰ ਕੋਈ ਪ੍ਰੋਜੈਕਟ ਇਨ ਬਿਟਵੀਨ ਲੈ ਨਹੀਂ ਸਕਦੇ ਜਦ ਤੱਕ ਫਿਨਾਲੇ ਹੋ ਨਹੀਂ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਸੋ ਜਦੋਂ ਵੀ ਉਹ ਸਾਰੇ ਪੱਤੇ ਸਹੀ ਪੈ ਗਏ, ਜਦੋਂ ਵੀ ਉਹ ਸਾਰੀਆਂ ਚੀਜ਼ਾਂ, ਉਹਨਾਂ ਦਾ ਫੋਨ ਆਉਣ ਨਾਲ ਜਾਂ ਸਾਡੇ ਵਿਲਿੰਗ ਹੋਣ ਨਾਲ ਕੁਝ ਨਹੀਂ ਹੁੰਦਾ। ਜਦੋਂ ਪੈਸੇ ਵੀ ਵਧੀਆ ਮਿਲਣ ਦਾ ਲੱਗਾ ਵੀ ਹਾਂ ਆਹ ਹੈ, ਜਦੋਂ ਲੱਗਾ ਵੀ ਹਾਂ ਟਾਈਮ ਵੀ ਹੈਗਾ ਪ੍ਰੋਪਰ, ਜਦੋਂ ਲੱਗਾ ਕਿ ਚਲੋ ਉਹਨਾਂ ਨੂੰ ਵੀ ਸਾਡੀ ਉਨੀ ਹੀ ਜ਼ਿਆਦਾ ਲੋੜ ਹੈ। ਤੇ ਕਿਉਂਕਿ 3 ਸਾਲ ਨਾਮ ਤੇ ਆਂਦਾ, ਤੇ ਬਟ ਮੈਂ ਕਦੇ ਇਹ ਨਹੀਂ ਕਿਹਾ ਕਿ ਮੈਂ ਵਿਲਿੰਗ ਨਹੀਂ ਹੈਗਾ, ਜਾਂ ਮੈਂ ਕਦੇ ਇਹ ਵੀ ਨਹੀਂ ਕਿਹਾ ਕਿ ਉਹ ਮੈਨੂੰ ਫੋਨ ਕਰਦੇ, ਨਾ ਮੈਂ ਕਦੇ ਇਹ ਕਿਹਾ ਕਿ ਮੈਂ ਬਿਗ ਬੌਸ ਮਟੀਰੀਅਲ ਨਹੀਂ ਹੈਗਾ। ਇੱਕ ਆਰਟਿਸਟ ਨੂੰ ਕਰਦਾ ਹੈ, ਜੇ ਖਤਰੋਂ ਕੇ ਖਿਲਾੜੀ ਕਰ ਸਕਦਾ, ਇੱਕ ਸਟੈਂਡ ਅਪ ਕਮੇਡੀਅਨ ਤੇ ਬਿਗ ਬੌਸ ਵੀ ਕਰ ਸਕਦਾ, ਰਾਈਟ। ਯੂ ਹੈਵ ਟੂ ਸੀ ਲੁੱਕ ਐਟ ਐਵਰੀਥਿੰਗ ਕਿ ਇਹ ਤੁਹਾਡਾ ਕੰਮ ਹੈ। ਜੇ ਮੈਂ ਲਿਖਦਾ ਵਾਂ, ਜੇ ਮੈਂ ਐਕਟ ਕਰ ਸਕਦਾ, ਜੇ ਮੈਂ ਹਸਾ ਸਕਦਾ, ਜੇ ਮੈਂ ਰਵਾ ਸਕਦਾ, ਤੇ ਮੈਂ ਲੜ ਵੀ ਸਕਦਾ। ਸਾਰਾ ਕੁਝ ਹੀ ਕਰ ਸਕਦੇ ਹਾਂ ਅਸੀਂ, ਪਾਰਟ ਆਫ ਜੌਬ ਹੈ। मतलब जो कह सकते हैं कि जो बिग बॉस ਦੇ ਵਿੱਚ ਪਰਸਨੈਲਿਟੀ ਦਿਖਾਣੀ ਹੁੰਦੀ ਹੈ, ਉਹ ਕਿਤੇ ਨਾ ਕਿਤੇ ਆਪਾਂ ਮੁੱਦੇ ਸ਼ਾਦੀ ਕਰੋਗੇ ਦੇ ਵਿੱਚ ਜ਼ਰੂਰ ਵੇਖ ਲਈ ਸੀ, ਐਂਡ ਉਧਰ ਪਸੰਦ ਵੀ ਕੀਤਾ ਗਿਆ ਸੀਗਾ ਕਿ ਤੁਸੀਂ ਉੱਥੇ ਐਂਟਰਟੇਨ ਵੀ ਕਰ ਰਹੇ ਹੋ ਤੇ ਜਿੱਥੇ ਸਟੈਂਡ ਲੈਣਾ ਚਾਹੀਦਾ ਉਧਰ ਵੀ ਲੈ ਰਹੇ ਹੋ। ਵਾਟ ਡੂ ਯੂ ਥਿੰਕ ਅਬਾਊਟ ਇਟ? ਮੈਨੂੰ ਨਾ, ਮੈਂ ਐਕਚੁਅਲ ਦੇ ਵਿੱਚ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਉਹ ਇਹ ਹੈ ਕਿ ਮੇਰੇ ਤੋਂ ਮੈਂ ਸਟੇਜ ਦੇ ਉੱਤੇ ਜਾਂ ਕੈਮਰਾ ਦੇ ਸਾਹਮਣੇ ਕੋਈ ਕਿਰਦਾਰ ਜਦ ਤੱਕ ਨਹੀਂ ਪਲੇ ਕਰ ਰਿਹਾ ਹੁੰਦਾ, ਜੇ ਮੈਂ ਕਿਸੇ ਤੇ ਬਲਰਾਜ ਬਣ ਕੇ ਗਿਆ ਤੇ ਫਿਰ ਮੈਂ ਜੋ ਬਲਰਾਜ ਹੈਗਾ ਮੈਂ ਬਲਰਾਜ ਹੀ ਦਿਖਾਉਣਾ ਲੋਕਾਂ ਨੂੰ, ਕਿਉਂਕਿ ਮੇਰੇ ਤੋਂ ਹੈ ਨਾ। ਸੋ ਮੇਰੇ ਮਨ 'ਚ ਜੋ ਹੁੰਦਾ ਮੈਂ ਕਹਿ ਦਿੰਦਾ, ਮੈਨੂੰ ਕੋਈ ਚੀਜ਼ ਚੰਗੀ ਲੱਗਦੀ ਮੈਂ ਕਹਿੰਦਾ ਬਹੁਤ ਵਧੀਆ। ਜੇ ਮੈਨੂੰ ਕਿਸੇ ਬੰਦੇ ਤੋਂ ਪ੍ਰੋਬਲਮ ਹੁੰਦੀ ਹੈ ਤੇ ਮੈਂ ਆਟੋਮੈਟਿਕਲੀ ਉਸ ਤੋਂ ਦੂਰ ਹੋ ਜਾਂਦਾ, ਕਿਉਂਕਿ ਮੈਂ ਥੋੜਾ ਜਿਹਾ ਇਮੋਸ਼ਨਲ ਆ। ਮੈਨੂੰ ਏਦਾਂ ਲੱਗਦਾ ਕਿ ਹਰ ਬੰਦੇ ਨੂੰ ਇਹ ਕਹਿਣਾ ਜ਼ਰੂਰੀ ਨਹੀਂ ਕਿ ਤੁਸੀਂ ਮਾੜੇ ਹੋ, ਤੁਹਾਨੂੰ ਲੱਗਦਾ ਕਿ ਠੀਕ ਨਹੀਂ ਲੱਗ ਰਿਹਾ, ਤੁਸੀਂ ਆਪਣੇ ਕੰਫਰਟ ਦੇ ਹਿਸਾਬ ਨਾਲ ਡਿਸਟੈਂਸ ਮੇਨਟੇਨ ਕਰ ਲਓ। ਉੱਥੇ ਵੀ ਮੈਂ ਇਹੀ ਕਰਦਾ ਸੀ। ਤੇ ਜਦੋਂ ਸ਼ੋਅ ਦੇ ਅੰਦਰ ਗਏ ਸੀਗੇ ਉਦੋਂ ਸ਼ੋਅ ਦਾ ਇੱਕ ਪਰਪਸ ਸੀਗਾ, 2 ਹਫ਼ਤੇ 'ਚ ਰਿਅਲਾਈਜ਼ ਹੋ ਗਿਆ ਕਿ ਇਹ ਤਾਂ ਕੁਝ ਹੋਰ ਹੈ ਅੰਦਰ, ਤੇ ਫਿਰ ਜੋ ਹੈਗਾ ਉਹਦੇ ਹਿਸਾਬ ਨਾਲ ਚੱਲੀਏ। ਕਾਹਤੋਂ ਗਲਤ ਲੋਕਾਂ ਨੂੰ ਵੀ ਗਾਈਡ ਕਰਨਾ, ਆਪਣੇ ਨਾਲ ਵੀ ਝੂਠ ਬੋਲਣਾ। ਸੋ ਲੈਟਸ ਹੈਵ ਫਨ। ਤੇ ਲੋਕਾਂ ਨੂੰ ਮਜ਼ਾ ਆਇਆ। ਅਨਫੋਰਚੂਨੇਟਲੀ ਕੋਵਿਡ ਕਰਕੇ ਚੀਜ਼ਾਂ ਸਾਰੀਆਂ ਜਲਦੀ ਰੈਪ ਅਪ ਕਰਨੀਆਂ ਪਈਆਂ, ਬਟ ਬੜਾ ਵਧੀਆ ਟਾਈਮ ਸਪੈਂਡ ਕਰਕੇ ਆਏ ਜੀ। ਤੇ ਮੈਂ ਆਫ ਕੋਰਸ ਇੱਥੇ ਜਾਣਨਾ ਚਾਹਾਂਗੀ ਤੁਹਾਡੇ ਤੋਂ ਕਿ ਤੁਸੀਂ ਜਦੋਂ ਆਈ ਗੈਸ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਜਿਹੜਾ ਸੀਗਾ, ਜਿੱਥੇ ਤੁਸੀਂ ਪਹਿਲਾਂ ਗਏ ਸੀਗੇ, ਬਟ ਇਨ ਦਾ ਫਰਸਟ ਰਾਉਂਡ ਵਗੈਰਾ ਜੋ ਵੀ ਹੁੰਦਾ ਹੈ, ਰਿਜੈਕਸ਼ਨ ਫੇਸ ਕੀਤੀ ਸੀ, ਦੇ ਵਿੱਚ ਬਾਹਰ ਹੋ ਗਿਆ ਸੀ, ਰਿਜੈਕਸ਼ਨ ਫੇਸ ਕੀਤੀ ਸੀ। ਪਰ ਉਧਰ ਹੀ ਹੁਣ ਦੇਖ ਰਹੇ ਹੋ ਕਿ ਚਲੋ ਐਜ਼ ਅ ਕੰਟੈਸਟੈਂਟ ਤਾਂ ਤੁਸੀਂ ਰਿਜੈਕਸ਼ਨ ਫੇਸ ਕਰ ਲਈ, ਪਰ ਉਸ ਤੋਂ ਬਾਅਦ ਹੁਣ ਐਜ਼ ਅ ਗੈਸਟ ਤੁਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਹੋ। ਮੈਂ ਲਾਈਫ ਦੇ ਵਿੱਚ ਬਹੁਤ ਰਿਜੈਕਸ਼ਨ ਫੇਸ ਕੀਤੀ ਹੈ। ਮੈਂ ਇੱਕ ਟਾਈਮ ਇਦਾਂ ਦਾ ਆਇਆ ਸੀਗਾ ਕਿ ਮੈਂ ਇੰਨੇ ਆਡੀਸ਼ਨਾਂ ਤੋਂ ਰਿਜੈਕਟ ਹੋਇਆ ਸੀ, ਮੈਨੂੰ ਲੱਗਣ ਲੱਗ ਪਿਆ ਸੀ ਕਿ ਮੈਂ ਗਲਤ ਡਿਸੀਜਨ ਤਾਂ ਨਹੀਂ ਲੈ ਲਿਆ ਲਾਈਫ ਦੇ ਵਿੱਚ, ਕਿਉਂਕਿ 2007-8 ਦੇ ਵਿੱਚ MH1 ਤੇ ਇੱਕ ਸ਼ੋਅ ਆਇਆ ਸੀ ਹੱਸਦੇ ਸੌਂਦੇ ਰਹੋ। ਉਹ ਪਹਿਲਾ ਕਾਮੇਡੀ ਸ਼ੋਅ ਸੀਗਾ ਪੰਜਾਬ ਦਾ, ਰਿਐਲਿਟੀ ਦਾ, ਨੌਨ ਫਿਕਸ਼ਨ ਦਾ। ਉਹਦੇ ਵਿੱਚ ਮੈਂ, ਕਪਿਲ ਭਾਜੀ, ਰਜੀਵ ਠਾਕੁਰ, ਚੰਦਨ ਭਾਜੀ, ਸਾਰੇ ਜਣੇ ਸੀਗੇ, ਜਸਵੰਤ, ਬਹੁਤ ਸਾਰੇ ਲੋਕ ਸੀਗੇ। ਮੈਂ ਫਾਈਨਲ ਤੱਕ ਪਹੁੰਚ ਗਿਆ ਸੀ ਸਿਰਫ ਔਰ ਸਿਰਫ ਇਸ ਕਰਕੇ ਕਿ ਮੈਂ ਲਿਖਦਾ ਚੰਗਾ ਸੀ, ਮੈਨੂੰ ਕਰਨਾ ਨਹੀਂ ਸੀ। ਉਸ ਲਿਖਾਵਟ ਦੇ ਬੇਸਿਸ ਤੇ ਮੈਂ ਹੋਰ ਕਰਦਾ ਗਿਆ। 2008 ਚ MH1 ਦਾ ਸ਼ੋਅ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਉਦੋਂ ਨਵੇਂ ਆਡੀਸ਼ਨ ਹੋਣੇ ਸ਼ੁਰੂ ਹੋਏ ਸੀ। ਮੈਂ 3 ਸਾਲ ਚ ਘੱਟੋ ਘੱਟ 300 ਆਡੀਸ਼ਨ ਦਿੱਤਾ ਹੋਣਾ, ਸਾਰਿਆਂ ਚੋਂ ਰਿਜੈਕਟ ਹੋ ਗਿਆ। ਮੈਂ ਕਦੇ ਵੀ ਨਹੀਂ ਸਿਲੈਕਸ਼ਨ ਹੋਈ ਮੇਰੀ। ਮੈਂ ਫਿਰ ਉਸ ਤੋਂ ਬਾਅਦ ਬੰਬੇ ਆਏ, ਲਾਫਟਰ ਚੈਲੰਜ ਕੀਤਾ। ਲਾਫਟਰ ਚੈਲੰਜ ਕਰਕੇ ਉਦੋਂ ਵੀ ਸੈਕਿੰਡ ਰਾਉਂਡ ਚ ਬਾਹਰ ਹੋ ਗਏ, ਫਿਰ ਪੰਜਾਬ ਆ ਗਏ। ਦੈਨ ਫਿਰ 2011 ਬੰਬੇ ਆਏ, ਸਟਾਰ ਦਾ ਇੱਕ ਸ਼ੋਅ ਸੀਗਾ ਕਾਮੇਡੀ ਦਾ ਮਹਾ ਮੁਕਾਬਲਾ, ਉਹਦੇ ਚ ਮੇਰੀ ਸਿਲੈਕਸ਼ਨ ਹੋਈ। ਉਹ ਸ਼ੋਅ ਮੈਂ ਜਿੱਤਿਆ। ਉਹ ਜਿੱਤਣ ਤੋਂ ਬਾਅਦ ਲੱਗਾ ਵਧੀਆ ਹੋ ਜਾਊਗਾ, ਬਟ ਉਸ ਤੋਂ ਬਾਅਦ ਵੀ ਬਹੁਤ ਸਾਰੇ ਸੀਰੀਅਲ ਦੇ ਆਡੀਸ਼ਨਸ, ਫਿਲਮਾਂ ਦੇ ਆਡੀਸ਼ਨਸ, ਵੈਬ ਸੀਰੀਜ਼ ਤਾਂ ਹੁਣ ਸ਼ੁਰੂ ਹੋਈਆਂ, ਐਡਵਰਟਾਈਜ਼ਮੈਂਟ ਦੇ ਆਡੀਸ਼ਨਸ, ਲੰਮੀਆਂ ਲਾਈਨਾਂ ਚ ਲੱਗ ਕੇ ਸਵੇਰੇ 11 ਵਜੇ ਲੱਗਣਾ, ਸ਼ਾਮੀ 4 ਵਜੇ ਵਾਰੀਆਂ, ਨਹੀਂ ਤਾਂ ਉਹਨਾਂ ਨੇ ਕਹਿ ਦੇਣਾ ਨਾਟ ਫਿਟ, ਤੇ ਉਦੋਂ ਫਿਰ ਸ਼ਾਮ ਨੂੰ ਘਰ ਆ ਜੀਦਾ ਸੀਗਾ। ਉਹ 1.5-2 ਸਾਲ ਬਹੁਤ ਰਿਜੈਕਸ਼ਨ ਫੇਸ ਕੀਤੀ ਹੈ। ਬਟ ਹੁਣ ਉਹਨਾਂ ਹੀ ਸ਼ੋਅਜ਼ ਦੇ ਵਿੱਚੋਂ ਜਦੋਂ ਫੋਨ ਆਉਂਦਾ ਕਿ ਐਜ਼ ਅ ਗੈਸਟ ਅਪੀਅਰ ਹੋ ਜਾਓ ਜਾਂ ਸਾਡੇ ਨਾਲ ਕੰਮ ਕਰੋ, ਦੱਸੋ ਕਿੰਨੇ ਪੈਸੇ ਲਓਗੇ, ਤੇ ਉਦੋਂ ਏਦਾਂ ਲੱਗਦਾ ਹੈ ਕਿ ਉਹ ਜਿਹੜਾ ਰਿਜੈਕਸ਼ਨ ਹੈ ਉਹ ਪਾਰਟ ਸੀਗਾ ਇੱਕ ਤੁਹਾਡੇ ਕਾਮਯਾਬੀ ਦਾ। ਜਿਹੜਾ ਕਹਿੰਦੇ ਨਾ, ਫੇਲੀਅਰਸ ਆਰ ਦ ਪਿਲਰ ਆਫ ਸਕਸੈਸ। ਕਾਮਯਾਬੀ ਜਿਹੜੀ ਆ ਉਹ ਫੇਲੀਅਰ ਦੇ ਜਿਹੜੇ ਆ ਉਹ
ਖੰਭਿਆਂ ਤੇ ਖੜੀ ਹੁੰਦੀ ਹੈ। ਤੇ ਉਹ ਫੇਲੀਅਰ ਨੇ ਸਿਖਾਇਆ ਬਹੁਤ ਕੁਝ ਹੈ, ਔਰ ਹੁਣ ਮਜ਼ਾ ਵੀ ਆਉਂਦਾ ਹੈ, ਕਿਉਂਕਿ ਜੇ ਉਹ ਰਿਜੈਕਸ਼ਨ ਨਹੀਂ ਹੋਈਆਂ ਹੁੰਦੀਆਂ, ਆਪਾਂ ਕੋਈ ਗੱਲ ਕਰਨ ਵਾਸਤੇ ਕੁਝ ਹੋਣਾ ਹੀ ਨਹੀਂ, ਸਾਡੀ ਕੋਈ ਸਟੋਰੀ ਨਹੀਂ ਸੀ ਹੋਣੀ ਕੋਈ, ਔਰ ਲੋਕਾਂ ਨੂੰ ਦੱਸਣ ਵਾਸਤੇ ਕੁਝ ਵੀ ਨਹੀਂ ਸੀ ਹੋਣਾ, ਕਿ ਆਏ ਆਂਦੇ ਸਟਾਰ ਬਣ ਗਏ ਤੇ ਫਿਰ ਕੀਤਾ ਕੀ। ਸੋ ਮੈਨੂੰ ਲੱਗਦਾ ਉਹਦਾ ਵੀ ਇੱਕ ਆਪਣਾ ਸਵਾਦ ਹੈ। ਔਰ ਉਹ ਚੀਜ਼ਾਂ ਜਿਹੜੀਆਂ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਫੇਲੀਅਰ ਰਾਈਟ ਨਾਓ ਫੇਸ ਕਰ ਰਹੇ, ਉਹਨਾਂ ਨੂੰ ਸ਼ਾਇਦ ਉਹ ਇੰਸਪਾਇਰ ਕਰ ਜਾਣ। ਜਿਹੜੇ ਹੁਣ ਲੋਕ ਇਸ ਵੇਲੇ ਰਿਜੈਕਸ਼ਨ ਫੇਸ ਕਰ ਰਹੇ, ਸ਼ਾਇਦ ਉਹਨਾਂ ਨੂੰ ਮੇਰੀ ਆ 4 ਗੱਲਾਂ ਸੁਣ ਕੇ ਲੱਗੇ ਕਿ ਨਹੀਂ ਯਾਰ, ਕੋਈ ਗੱਲ ਨਹੀਂ, ਰਿਜੈਕਸ਼ਨ ਹੁੰਦੀ ਹੈ ਤੇ ਹੋ ਸਕਦਾ ਕੱਲ ਨੂੰ ਅਸੀਂ ਵੱਡੇ ਸਟਾਰ ਬਣਨਾ। ਸੋ ਆਈ ਥਿੰਕ ਇਹ ਪਾਰਟ ਨੇ ਲਾਈਫ ਦੇ, ਔਰ ਹਰ ਬੰਦੇ ਨੇ ਫੇਸ ਕੀਤੀ ਹੁੰਦੀ ਹੈ ਕਿਤੇ ਨਾ ਕਿਤੇ, ਹਰ ਬੰਦੇ ਨੇ ਕੀਤੀ ਹੁੰਦੀ ਹੈ ਜੀ। ਬਟ ਸਮਵੇਅਰ ਨਾ, ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ, ਮੈਂ ਤੇਰਾ ਬਾਈ ਤੂੰ ਮੇਰਾ ਬਾਈ, ਧਰਤੀ, ਦੈਨ ਆਈ ਗੈਸ ਕਬੱਡੀ ਦੇ ਉੱਤੇ ਜੁੜੀ ਸੀਗੀ, ਇਹਨਾਂ ਚ ਅਸੀਂ ਤੁਹਾਨੂੰ ਦੇਖਿਆ ਹੋਇਆ। ਬਟ 2013 ਤੋਂ ਬਾਅਦ ਤੁਸੀਂ ਪੰਜਾਬੀ ਫਿਲਮ ਦੇ ਵਿੱਚ ਕਿਉਂ ਨਹੀਂ ਨਜ਼ਰ ਆਏ? ਮੈਨੂੰ ਲਿਆ ਨਹੀਂ ਜੀ ਕਿਸੇ ਨੇ। ਅੱਛਾ, ਸੱਚੀ ਦੱਸੋ? ਮੈਂ ਸੱਚ ਦੱਸ ਰਿਹਾ, 2013 ਤੋਂ ਬਾਅਦ ਮੈਂ, ਕਿਉਂਕਿ ਮੈਂ ਬੰਬੇ ਮੂਵ ਕਰ ਗਿਆ, ਰਾਈਟ, ਔਰ ਸਭ ਤੋਂ ਵੱਡਾ ਆਈ ਥਿੰਕ ਕਾਸਟ ਜਿਹੜੀ ਹੈ ਫਿਲਮਾਂ ਦੀ, ਜੇ ਮੈਂ ਅੱਜ ਮੈਂ ਬੰਬੇ ਰਹਿ ਰਿਹਾ, ਤੇ ਬੰਬੇ ਦੇ ਪ੍ਰੋਡਕਸ਼ਨ ਹਾਊਸਿਸ ਮੈਨੂੰ ਫੋਨ ਕਰਨ ਤੋਂ ਪਹਿਲਾਂ 10 ਵਾਰੀ ਸੋਚਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਇਹਨੇ ਆਣਾ, ਮੀਟਿੰਗ ਕਰਨੀ ਹੈ, ਜੇ ਸਾਡੇ ਨਾਲ ਕੰਮ ਕਰੇਗਾ ਇਹਨੇ ਸਵੇਰੇ ਆਣਾ, ਸ਼ੂਟਿੰਗ ਕਰਨੀ, ਰਾਤ ਨੂੰ ਆਪਣੇ ਘਰ ਚੱਲ ਜਾਣਾ, ਨਾ ਉਹਨਾਂ ਨੂੰ ਮੈਨੂੰ ਹੋਟਲ ਦੇਣਾ ਪੈਣਾ, ਨਾ ਉਹਨਾਂ ਨੂੰ ਮੈਨੂੰ ਹਵਾਈ ਜਹਾਜ਼ ਦੀਆਂ ਟਿਕਟਾਂ ਦੇਣੀਆਂ ਪੈਣੀਆਂ, ਰਾਈਟ। ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ, ਇਹ ਚੀਜ਼ਾਂ, ਕਿ ਜੋ ਹਰ ਪ੍ਰੋਡਿਊਸਰ, ਹਰ ਡਾਇਰੈਕਟਰ ਹਮੇਸ਼ਾ ਇਹ ਸੋਚਦਾ ਕਿ ਯਾਰ ਇਹਨੂੰ ਹੋਟਲ ਵੀ ਦੇਣਾ ਪਊਗਾ, ਇਹਨੂੰ ਟਿਕਟਾਂ ਵੀ ਦੇਣੀਆਂ ਪਊਗੀਆਂ, ਹੈਨਾ। ਤੇ ਕੀ ਇਸ ਤੋਂ ਬੈਟਰ ਹੈ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਵਧੀਆ ਐਕਟਰ ਹੈਗੇ ਆ, ਉਹਨਾਂ ਨਾਲ ਕੰਮ ਕਰ ਲਈਏ, ਹੈਨਾ। ਇਹ ਵੀ ਹੈ। ਇੱਕ ਹੋਰ ਚੀਜ਼ ਹੈ, ਮੇਰੀ 2-4 ਡਾਇਰੈਕਟਰਸ ਨਾਲ ਆਫ ਲੇਟ ਗੱਲ ਹੋਈ, ਉਹ ਕਹਿੰਦੇ ਯਾਰ ਤੂੰ ਪੈਸੇ ਬਹੁਤ ਮੰਗਦਾ। ਮੈਂ ਕਿਹਾ, ਕਹਿੰਦੇ ਯਾਰ ਸਾਨੂੰ ਪਤਾ ਲੱਗਾ। ਮੈਂ ਕਿਹਾ ਇਹ ਕੌਣ ਅਫਵਾਹਾਂ ਫੈਲਾਈ ਜਾਂਦਾ, ਕਿਉਂਕਿ ਮੇਰੀ ਕਰਮਜੀਤ ਭਾਜੀ ਨਾਲ ਗੱਲ ਹੋਈ ਮਹੀਨਾ ਪਹਿਲਾਂ, ਕਹਿੰਦੇ ਤੈਨੂੰ ਕਿਸੇ ਫਿਲਮ ਵਾਸਤੇ ਮੈਂ ਰੈਫਰ ਕੀਤਾ, ਤੈਨੂੰ ਫੋਨ ਆਇਆ? ਮੈਂ ਕਿਹਾ ਹੱਲੇ ਨਹੀਂ ਆਇਆ। ਕਹਿੰਦੇ ਯਾਰ ਮੈਨੂੰ ਪਤਾ ਲੱਗਾ ਤੂੰ ਪੈਸੇ ਬਹੁਤ ਮੰਗੇ ਉਹਨਾਂ ਤੋਂ। ਮੈਂ ਕਿਹਾ ਮੈਂ ਤਾਂ ਉਹਨਾਂ ਨਾਲ ਪੈਸੇ ਦੀ ਗੱਲ ਵੀ ਨਹੀਂ ਕਦੇ। ਸੋ ਇਹ ਵੀ ਉਹ ਲੋਕਾਂ ਨੂੰ ਉਹ ਕ੍ਰੀਏਟ ਹੋਇਆ ਕਿ ਯਾਰ ਇਹ ਬੰਬੇ ਰਹਿੰਦੇ ਆ ਤੇ ਪਤਾ ਨਹੀਂ ਕਿੰਨੇ ਪੈਸੇ ਮੰਗ ਲੂਗੇ, ਤੇ ਇਹ ਵੀ ਇੱਕ ਰੀਜ਼ਨ ਹੈ। ਤੇ ਪੰਜਾਬ 'ਚ ਇੰਨਾ ਵਧੀਆ ਕੰਟੈਂਟ ਬਣਦਾ, ਔਰ ਮੇਰੇ ਬਹੁਤ ਸਾਰੇ ਆਪਣੇ ਦੋਸਤ ਡਾਇਰੈਕਟਰ ਨੇ, ਤੇ ਪਤਾ ਨਹੀਂ ਕਿਉਂ, ਮਤਲਬ ਆਈ ਡੋਂਟ ਨੋ, ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਇਹ ਸਵਾਲ ਸਿਰਫ ਤੁਸੀਂ ਨਹੀਂ ਕੀਤਾ, ਮੈਨੂੰ ਇੱਥੇ ਦੀ ਇੰਡਸਟਰੀ ਦੇ ਲੋਕ ਵੀ ਬਹੁਤ ਸਵਾਲ ਕਰਦੇ, ਯਾਰ ਤੁਸੀਂ ਪੰਜਾਬੀ 'ਚ ਇੰਨਾ ਵਧੀਆ ਕੰਮ ਤੁਸੀਂ ਕਿਉਂ ਨਹੀਂ ਕਰਦੇ? ਮੈਂ ਕਿਹਾ ਯਾਰ ਸਾਡੀ ਕੀ ਜ਼ਰੂਰਤ ਆ ਕਿ ਅਸੀਂ ਆਪਣੇ ਪੰਜਾਬ ਦੇ ਕੰਮ ਮਨਾ ਕਰ ਪਈਏ, ਸਾਡੇ ਤੱਕ ਪਹੁੰਚੇ ਤਾਂ ਸਹੀ, ਸਾਨੂੰ ਕੋਈ ਰੀਚ ਤੇ ਕਰੇ। ਅਸੀਂ ਆਪ ਤੇ ਜਾ ਕੇ ਸਾਰਿਆਂ ਦੇ ਬੂਹੇ ਖੜਕਾ ਕੇ ਕੰਮ ਮੰਗ ਨਹੀਂ ਸਕਦੇ, ਰਾਈਟ। ਤੇ ਉਹ ਜਦੋਂ ਵੀ ਕੋਈ ਕਰਨਾ ਚਾਹੇਗਾ, ਕੋਈ ਆਏਗਾ ਚੰਗੇ ਕੰਮ ਦਾ, ਤੇ ਉਦੋਂ ਜੇ ਫ੍ਰੀ ਹੋਵਾਂਗੇ ਸਾਰੀਆਂ ਚੀਜ਼ਾਂ, ਉਹੀ ਬਿਗ ਬੌਸ ਵਾਲੀ ਗੱਲ ਹੈ, ਹਰ ਕੰਮ ਦੇ ਨਾਲ ਉਹੀ ਹੁੰਦਾ ਕਿ ਸਾਰੀਆਂ ਚੀਜ਼ਾਂ ਦੋਨਾਂ ਪਾਰਟੀਆਂ ਦੇ ਹਿਸਾਬ ਨਾਲ ਬਣਨੀਆਂ ਚਾਹੀਦੀਆਂ, ਕਿ ਤੇ ਫਿਰ ਕੰਮ ਕਿਉਂ ਨਹੀਂ ਕਰਾਂਗੇ? ਪਹਿਲਾਂ ਵੀ ਤਾਂ ਕਰਦੇ ਹੀ ਸੀਗੇ, 2013 ਤੋਂ ਬਾਅਦ ਇਸ ਕਰਕੇ ਨਹੀਂ ਕੀਤਾ। ਇੱਕ ਤਾਂ ਇੱਧਰ ਵੀ ਠੀਕ ਕੰਮ ਚੱਲਣ ਲੱਗ ਪਿਆ, ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਇਹਨੂੰ ਟਿਕਟ ਵੀ ਦੇਣੀ ਪਊਗੀ ਯਾਰ, ਇਹ ਸਵਾਲ ਵੀ ਜ਼ਿਆਦਾ ਕਰਦੇ ਨੇ, ਹਨਾ। ਤੇ ਹੋਰ ਵੀ ਚੀਜ਼ ਆਈ ਥਿੰਕ ਇੱਕ ਮਿਸਕਨਸੈਪਸ਼ਨ ਵੀ ਬਣਿਆ ਹੋਇਆ। ਸੋ ਉਹ ਜੇ ਕੋਈ ਵਿਲਿੰਗ ਹੈਗਾ ਤੇ ਜ਼ਰੂਰ, ਆਪਾਂ ਕਿਉਂ ਨਹੀਂ ਕਰਾਂਗੇ? ਕੰਮ ਕਰਨ ਨੂੰ ਤੇ ਸਾਰੇ ਜਣੇ ਕੰਮ ਕਰਨ ਵਾਸਤੇ ਹੀ ਤਾਂ ਆਏ ਫੀਲਡ ਦੇ ਵਿੱਚ। ਜੀ। ਤੇ ਤੁਸੀਂ ਪੰਜਾਬੀ ਫਿਲਮ ਦੇਖਦੇ ਹੋ? ਹਜੇ ਕੋਈ ਲੇਟੈਸਟ ਦੇਖੀ ਹੈ ਤੁਸੀਂ ਮੈਨੂੰ ਨਾ ਗਾਲਾਂ ਪਵਾ ਦੇਣੀਆਂ ਇਸ ਲਾਈਵ ਤੋਂ ਬਾਅਦ। ਪੰਜਾਬੀ ਦੇਖਦਾ ਬਿਲਕੁਲ ਸੀ। ਥੀਏਟਰ ਬੰਬੇ 'ਚ ਖੁੱਲੇ ਨਹੀਂ ਹਲੇ, ਹੈਨਾ। ਸੋ ਇਸ ਕਰਕੇ 1 ਸਾਲ 'ਚ ਤਾਂ ਕੁਝ ਵੀ ਨਹੀਂ ਦੇਖ ਹੋਇਆ, ਸਿਰਫ ਉਹੀ ਦੇਖ ਹੋਈਆਂ ਜਿਹੜੀਆਂ ਡਿਜੀਟਲੀ ਰਿਲੀਜ਼ ਹੋਈਆਂ ਫਿਲਮਸ ਨੇ, ਹੈਨਾ। ਔਰ ਮੋਸਟਲੀ ਪਹਿਲਾਂ ਕੀ ਹੁੰਦਾ ਸੀ, ਜਦੋਂ ਵੀ ਫਿਲਮ ਰਿਲੀਜ਼ ਹੁੰਦੀ ਸੀ ਤੇ ਉਹਦੇ ਪ੍ਰੀਮੀਅਰ ਦਾ ਕੋਈ ਨਾ ਕੋਈ ਮੈਸੇਜ ਆ ਜਾਂਦਾ ਸੀ ਜਾਂ ਫੋਨ ਆ ਜਾਂਦਾ ਸੀ, ਤੇ ਉਹ ਜਾ ਕੇ ਦੇਖ ਲਈਦੀ ਸੀਗੀ, ਹੈਨਾ। ਤੇ ਮੈਂ ਦੇਖਦਾ ਵਾਂ। ਮੇਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਮੈਂ ਇੰਟਰਨੈਟ ਤੇ ਪਾਉਂਦਾ ਨਹੀਂ, ਬਹੁਤ ਸੋਹਣੀ ਫਿਲਮ, ਮਜ਼ਾ ਆ ਗਿਆ, ਮੈਂ ਟੈਗ ਨਹੀਂ ਕਰਦਾ ਲੋਕਾਂ ਨੂੰ। ਮੇਰੀ ਇਹ ਆਈ ਥਿੰਕ ਸ਼ਾਇਦ ਮੇਰੇ 'ਚ ਕਮੀ ਹੈ, ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਇਹ ਦੇਖਦਾ ਨਹੀਂ। ਦੇਖੀ ਦੀਆਂ ਬਿਲਕੁਲ ਨਹੀਂ ਦੇਖਦਾ, ਔਰ ਇੰਨੀਆਂ ਵਧੀਆ ਵਧੀਆ ਫਿਲਮਾਂ ਬਣਦੀਆਂ ਪੰਜਾਬ 'ਚ, ਤੇ ਦੇਖੀ ਦੀਆਂ ਹੈਗੀਆਂ ਜਿਹੜੀਆਂ ਬੰਬੇ ਰਿਲੀਜ਼ ਹੁੰਦੀਆਂ, ਬਿਲਕੁਲ ਦੇਖਦੇ ਆ ਜੀ। ਤੁਸੀਂ ਜਲੰਧਰ ਤੋਂ ਹੋ? ਹਾਂਜੀ, ਮੈਂ ਵੀ ਜਲੰਧਰ ਤੋਂ ਆ। ਚਲੋ ਤਾਂ ਭਾਈ ਸਾਹਿਬ ਹੋ ਜਾਏ ਜਲੀ। ਕਿੰਨਾ ਫਰਕ ਹੈ ਮੇਰੇ ਤੇ ਤੁਹਾਡੇ ਰੰਗ ਦੇ ਵਿੱਚ, ਦੇਖੋ।
ਹਾਂਜੀ ਫਿਰ ਤੋਂ ਕਹੀਓ ਕੀ ਕਿਹਾ? ਮੈਂ ਕਿਹਾ ਕਿੰਨਾ ਫਰਕ ਰੰਗ ਦੇ ਵਿੱਚ, ਕਿੰਨਾ ਫਰਕ ਹੈ। ਦੇਖੋ ਇੱਕੋ ਸ਼ਹਿਰ ਦੇ ਆ, ਫਿਰ ਵੀ ਕਿੰਨਾ ਫਰਕ ਹੈ। ਚਲੋ ਪਰ ਟੈਲੈਂਟ ਦੇਖੋ ਨਾ, ਟੈਲੈਂਟ ਕਿੰਨਾ ਆਉਂਦਾ ਜਲੰਧਰ ਤੋਂ। ਟੈਲੈਂਟ ਚਲੋ ਟੈਲੈਂਟ ਤਾਂ ਦੋਨਾਂ ਚ ਹੈਗਾ, ਮਤਲਬ ਰੰਗ ਟੈਲੈਂਟ ਜਲੰਧਰ ਸ਼ਹਿਰ ਨੇ ਬਹੁਤ ਅੱਛੇ ਅੱਛੇ ਆਰਟਿਸਟ ਦਿੱਤੇ ਇੰਡਸਟਰੀ ਨੂੰ। ਜਲੰਧਰ ਨੇ ਬਹੁਤ ਮਿਊਜ਼ਿਕ। I wanted to ask you ਕਿ ਯਾਰ ਜਲੰਧਰ ਤੋਂ ਹੈਗੇ ਤਾਂ ਤੁਹਾਡਾ ਫੇਵਰਿਟ ਗੇੜੀ ਰੂਟ ਕਿਹੜਾ ਰਿਹਾ ਹੈ? ਗੇੜੀ ਮਾਰਨ ਵਾਸਤੇ ਨਾ ਗੱਡੀ ਹੋਣੀ ਚਾਹੀਦੀ ਹੈ। ਅੱਛਾ। ਜਿਹੜੀ ਸੀਗੀ ਨਹੀਂ ਕਦੇ। ਸੋ ਜਦੋਂ ਗੱਡੀ ਆਈ ਉਦੋਂ ਨੂੰ ਬੰਬੇ ਆ ਗਏ ਤੇ ਗੇੜੀ ਮਾਰ ਨਹੀਂ ਸਕੇ। ਫਿਰ ਜਦੋਂ ਗੱਡੀ ਆਈ ਉਦੋਂ ਥੋੜਾ ਜਿਹਾ ਲੋਕਾਂ 'ਚ ਜਾਣ ਪਛਾਣ ਬਣ ਗਈ, ਫਿਰ ਗੇੜੀਆਂ ਮਾਰਨ ਜੋਗੇ ਰਹੇ ਨਹੀਂ। ਸੋ ਗੇੜੀ ਰੂਟ ਤੇ ਮਤਲਬ ਰਿਹਾ ਹੀ ਨਹੀਂ ਨਾ ਕੋਈ। ਗੇੜੀਆਂ ਤੇ ਲਾਈਫ 'ਚ ਸਾਨੂੰ ਦਿੱਤੀਆਂ ਲੋਕਾਂ ਨੇ ਹਮੇਸ਼ਾ। ਮੈਂ ਤੇ ਗੇੜੀ ਬਹੁਤ ਘੱਟ ਮਾਰੀ ਹੈ, ਮੈਨੂੰ ਬਹੁਤ ਗੇੜੀਆਂ ਦਿੱਤੀਆਂ ਲੋਕਾਂ ਨੇ। ਸੋ ਮੇਰਾ ਜਲੰਧਰ ਦਾ ਫੇਵਰੇਟ, ਮੇਰਾ ਜਲੰਧਰ ਸ਼ਹਿਰ ਪੂਰਾ ਫੇਵਰੇਟ ਹੈ, ਬਟ ਗੇੜੀ ਰੂਟ ਵਾਲਾ ਕਦੇ ਬਣਿਆ ਹੀ ਨਹੀਂ ਕਦੇ ਸੀ। ਕਿਉਂਕਿ ਗੇੜੀ ਮਾਰਨ ਵਾਸਤੇ ਗੱਡੀਆਂ ਹੋਣੀਆਂ ਚਾਹੀਦੀਆਂ, ਗੇੜੀ ਮਾਰਨ ਵਾਸਤੇ ਥੋੜਾ ਜਿਹਾ ਉਹ ਕੇਅਰ ਫ੍ਰੀ ਲਾਈਫ ਹੋਣੀ ਚਾਹੀਦੀ ਹੈ ਤੁਹਾਡੀ, ਜਿਹੜੀ ਕਦੇ ਸੀਗੀ ਨਹੀਂ। ਤੇ ਹੁਣ ਗੇੜੀ ਮਾਰਦੇ ਚੰਗੇ ਨਹੀਂ ਲੱਗਦੇ। ਲੋਕਾਂ ਨੇ ਕਹਿਣਾ ਆਹ ਦੇਖ ਲਓ ਕਿੱਡਾ ਦਾੜਾ ਰੱਖਿਆ ਤੇ ਕਿਹੜੇ ਕੰਮਾਂ 'ਚ ਪਿਆ ਹੈ, ਇਹਨੂੰ ਸ਼ਰਮ ਨਹੀਂ ਆਉਂਦੀ। ਇਸ ਕਰਕੇ ਪਰ ਕੋਈ ਫੇਵਰਿਟ ਸਪੌਟ ਤਾਂ ਮਤਲਬ ਰਿਹਾ ਹੋਣਾ ਕਿ ਤੁਸੀਂ ਉੱਧਰ ਜਾਂਦੇ ਹੀ ਜਾਂਦੇ ਸੀਗੇ? ਜਿਵੇਂ ਮੇਰਾ ਹੋ ਗਿਆ ਕਿ ਮੈਂ ਆਦਰਸ਼ ਨਗਰ ਜਾਣਾ ਹੀ ਜਾਣਾ, ਜੋ ਮਰਜ਼ੀ। ਆਦਰਸ਼ ਨਗਰ, ਚੌਪਾਟੀ ਜਾਣਾ। ਹਾਂ ਚੌਪਾਟੀ ਜਾਣਾ ਹੀ ਜਾਣਾ। ਪਰ ਤੁਹਾਡਾ ਵੀ ਕੋਈ ਇਦਾਂ ਦਾ ਹੋਣਾ? ਸਾਡਾ ਫੇਵਰਿਟ ਸਪੌਟ ਜਿਹੜਾ ਸੀਗਾ ਜਲੰਧਰ ਨਾ ਇੱਕ ਪ੍ਰਿਥਵੀਜ਼ ਪਲੈਨਟ ਹੈ ਜੀ। ਤੋ ਉੱਥੇ ਉਹ ਸਾਡਾ ਮਤਲਬ ਜਦੋਂ ਮੈਂ ਕਾਲਜ ਪਹੁੰਚਿਆ ਸੀਗਾ, ਫਸਟ ਈਅਰ, ਸੈਕੰਡ ਈਅਰ, ਫਾਈਨਲ ਈਅਰ 'ਚ, ਉੱਥੇ ਤੱਕ ਆਉਂਦੇ ਤੇ ਸਾਡਾ ਉਹ ਬਣ ਗਿਆ ਸੀਗਾ ਫੇਵਰਿਟ ਸਪੌਟ। ਕਿਉਂਕਿ ਉੱਥੇ ਵੈਸੇ ਤਾਂ ਟਿਕਟ ਬਹੁਤ ਮਹਿੰਗੀ ਹੁੰਦੀ ਸੀ ਐਂਟਰੀ ਡੇਲੀ, ਬਟ ਮੇਰੇ ਕੁਝ ਦੋਸਤਾਂ ਦੇ ਨਾ ਈਅਰਲੀ ਪਾਸ ਬਣੇ ਹੋਏ ਸੀ। ਅੱਛਾ। ਸੋ ਪਾਸ ਬਣੇ ਹੋਣ ਕਰਕੇ ਸਾਨੂੰ ਫ੍ਰੀ ਐਂਟਰੀਆਂ ਮਿਲ ਜਾਂਦੀਆਂ ਹੁੰਦੀਆਂ ਸੀ। ਸੋ ਅਸੀਂ ਰੋਜ਼ ਹੀ ਕਾਲਜ ਤੋਂ ਬਾਅਦ ਉੱਥੇ 2-2 ਘੰਟੇ ਬਹਿਣਾ ਸ਼ੁਰੂ ਕਰਦੇ ਸੀਗੇ। ਉੱਥੇ ਪੂਲ ਖੇਡਦੇ ਹੁੰਦੇ ਸੀਗੇ, ਉੱਥੇ ਹੋਰ ਵੀ ਗੇਮ ਸੈਂਟਰ ਸੀਗੇ, ਔਰ ਵਧੀਆ ਜਗ੍ਹਾ ਸੀ। ਜਲੰਧਰ ਦੇ ਵਿੱਚ ਆਪਣੇ ਆਪ 'ਚ ਪਹਿਲੀ ਏਦਾਂ ਦੀ ਜਗ੍ਹਾ ਬਣੀ ਸੀ, ਏਦਾਂ ਦਾ ਸੈਂਟਰ ਬਣਿਆ ਸੀ ਜਿੱਥੇ ਤੁਸੀਂ ਬਹਿ ਕੇ ਰਿਲੈਕਸ ਵੀ ਕਰ ਸਕਦੇ ਸੀ, ਫੈਮਿਲੀ ਨਾਲ ਵੀ, ਇਕੱਲੇ ਵੀ, ਹੈਨਾ। ਸੋ ਅਸੀਂ ਪ੍ਰਿਥਵੀ ਪਲੈਨਟ ਬਹੁਤ ਇਕੱਠੇ ਹੁੰਦੇ ਸੀ, ਮੈਂ, ਮੇਰਾ ਛੋਟਾ ਭਰਾ, ਸਾਡੇ ਸਾਰੇ ਦੋਸਤ। ਹੁਣ ਤਾਂ ਸਾਰੇ ਆਪਣੇ ਆਪਣੇ ਕੰਮਾਂ 'ਚ, ਆਪਣੀ ਆਪਣੀ ਲਾਈਫ 'ਚ ਬਿਜ਼ੀ ਹੋ ਗਏ। ਤੇ ਉੱਥੇ ਬਹੁਤ ਜਾਂਦੇ ਹੁੰਦੇ ਸੀ ਅਸੀਂ, ਪ੍ਰਿਥਵੀ ਪਲੈਨਟ। ਆਦਰਸ਼ ਨਗਰ ਵੀ ਜਾਂਦੇ ਹੁੰਦੇ ਸੀ, ਆਦਰਸ਼ ਨਗਰ ਵੀ ਜਾਂਦੇ ਹੁੰਦੇ ਸੀਗੇ। ਆਦਰਸ਼ ਨਗਰ ਚੌਪਾਟੀ ਦੇ ਬਾਹਰ 1-2 ਬੜੇ ਵਧੀਆ ਰੈਸਟੋਰੈਂਟ ਬਣੇ ਹੋਏ ਸੀਗੇ, ਤੇ ਉਹ ਕਿਸੇ ਯਾਰ ਦੋਸਤ ਦੀ ਬਰਥਡੇ ਪਾਰਟੀ ਤੇ ਲੈ ਕੇ ਜਾਂਦੇ ਹੁੰਦੇ ਸੀ ਕਿਉਂਕਿ ਉਹਦੀ ਟ੍ਰੀਟ ਹੁੰਦੀ ਸੀ। ਤੇ ਬਟ ਪ੍ਰਿਥਵੀ ਪਲੈਨਟ ਮੈਂ ਬਹੁਤ ਬੈਠਾ, ਉਹ ਫੇਵਰਿਟ ਸਪੌਟ ਹੁੰਦਾ ਸੀ ਉਹ। ਜਲੰਧਰ ਦੀ ਅਸਲੀ ਜ਼ਿੰਦਗੀ ਤਾਂ ਮੈਂ ਕਹਿੰਦੀ ਜਦੋਂ ਕਾਲਜ ਲਾਈਫ ਸ਼ੁਰੂ ਹੋਈ ਉਦੋਂ ਦੇਖੀ ਹੈ। ਹਾਂ ਮਤਲਬ ਜਲੰਧਰ ਬਹੁਤ ਸੋਹਣਾ ਸ਼ਹਿਰ ਹੈ, ਬੜਾ ਛੋਟਾ ਜਿਹਾ ਸ਼ਹਿਰ ਹੈ ਲੇਕਿਨ ਬਹੁਤ ਸੋਹਣਾ ਸ਼ਹਿਰ ਹੈ। ਔਰ ਮੈਂ ਅੱਜ ਵੀ ਆਪਣੇ ਸ਼ਹਿਰ ਦੇ ਆਪਣੇ ਦੋਸਤਾਂ ਨੂੰ ਉਹ ਜਿਹੜਾ ਇੱਕ ਹੁੰਦਾ ਨਾ, ਇੱਕ ਫਰੀडम ਜਿਹੜਾ ਸੀਗਾ ਇੱਕ ਦੋਸਤਾਂ ਦੇ ਨਾਲ, ਉਹਨੂੰ ਮੈਂ ਬੜਾ ਮਿਸ ਕਰਦਾ। ਕਿ ਕਿਤੇ ਵੀ ਰੁਕ ਗਏ, ਕਿਤੇ ਵੀ ਖੜ ਗਏ, ਕਿਤੇ ਵੀ ਖਾ ਲਿਆ। ਅਸੀਂ ਮੈਨੂੰ ਯਾਦ ਹੈ ਕਿ ਜਿਹੜੇ ਗੋਲ ਗੱਪਿਆਂ ਵਾਲੇ ਹੁੰਦੇ ਆ, ਅਸੀਂ ਗੋਲ ਗੱਪੇ ਵਾਲੇ ਜਦੋਂ ਵੀ ਅਸੀਂ ਸਾਰੇ ਦੋਸਤ ਜਦੋਂ ਰੋਜ਼ ਇਕੱਠੇ ਹੁੰਦੇ ਸੀਗੇ, ਸਾਡੀ ਗਲੀ ਚੋਂ ਜਾਂ ਸਾਡੇ ਕਿਸੇ ਦੇ ਘਰ ਦੇ ਮੂਹਰੇ ਲੰਘਦਾ ਸੀ, ਉਹਨਾਂ ਠੇਕਾ ਕਰਦੇ ਹੁੰਦੇ ਸੀ ਕਿ ਸਾਰੇ ਗੋਲ ਗੱਪੇ ਖਾਵਾਂਗੇ, 10 ਕਿੰਨੇ ਪੈਸੇ ਲੈਣੇ। ਮਤਲਬ ਅਸੀਂ ਏਦਾਂ ਨਹੀਂ ਕਿ 10 ਰੁਪਏ ਦੇ 3 ਗੋਲ ਗੱਪੇ, ਹਾਂ ਭਾਈ ਕਿੰਨੇ ਦੇ ਹੋ ਗਏ, ਇੰਨੇ ਖਿਲਾ ਦੇ, ਸਾਰੇ ਖਾਵਾਂਗੇ, ਜਿੰਨੇ ਤੇਰੇ ਛਾਬੇ 'ਚ ਹੈਗੇ ਸਾਰੇ ਖਾਵਾਂਗੇ। ਗੋਲ ਗੱਪੇ, ਟਿੱਕੀ, ਚਾਟ, ਪਾਪੜੀਆਂ, ਜੋ ਵੀ ਹੈਗਾ ਸਭ ਸਾਡਾ ਠੇਕਾ ਕਰ ਲੈ, ਕਿੰਨੇ ਪੈਸੇ ਲੈਣੇ। ਤੇ ਉਹ ਅਸੀਂ ਪੂਰਾ ਦਾ ਪੂਰਾ ਛਾਬਾ ਖਾਲੀ ਕਰਦੇ ਹੁੰਦੇ ਸੀਗੇ। ਔਰ ਉਹ ਮੈਨੂੰ ਬੜੇ ਦਿਨ ਚੇਤੇ ਆਉਂਦੇ ਆ। ਤੇ ਅੱਜ ਕੱਲ ਤੇ ਹੋਰ ਹੀ, ਮਤਲਬ ਕਿ ਡਾਈਟੀਸ਼ੀਅਨਾਂ ਨੇ ਕਹਿਤਾ ਇਹ ਨਹੀਂ ਖਾਣਾ, ਤੇ ਡਾਕਟਰ ਕਹਿੰਦੇ ਉਹ ਨਾ ਖਾਓ ਤੇ ਮੋਟੇ ਹੋ ਜੂਗੇ ਤੇ ਏਦਾਂ ਹੋ ਜੂਗਾ। ਉਦੋਂ ਤੇ ਅਸੀਂ ਦੱਬ ਕੇ ਪੇਲ ਕੇ ਖਾਂਦੇ ਹੁੰਦੇ ਸੀ, ਕਦੇ ਕੁਛ ਨਹੀਂ ਹੋਇਆ ਸਾਨੂੰ। ਮੈਨੂੰ ਲੱਗਦਾ ਜਦੋਂ ਦਾ ਖਾਣਾ ਛੱਡਿਆ ਉਦੋਂ ਦਾ ਹੀ ਸਿਸਟਮ ਖਰਾਬ ਹੋਇਆ ਪਿਆ ਸਾਰਿਆਂ ਦਾ। ਜੀ। ਸੋ ਹੁਣ ਤਾਂ ਬੇਕਦਰਾ ਰਿਲੀਜ਼ ਹੋ ਗਿਆ, ਇਹਨੂੰ ਪਿਆਰ ਵੀ ਬਹੁਤ ਮਿਲਿਆ, ਹੁਣ ਐਕਸਪੈਕਟੇਸ਼ਨਸ ਵੀ ਬਹੁਤ ਹੋ ਗਈਆਂ ਨੇ ਬਲਰਾਜ ਤੋਂ ਕਿ ਹਾਂ ਇਸ ਤਰ੍ਹਾਂ ਦੇ ਗਾਣੇ ਆ ਰਹੇ ਨੇ ਤੇ ਅੱਗੇ ਵੀ ਵਧੀਆ ਹੀ ਆਣੇ ਚਾਹੀਦੇ। ਸੋ ਅੱਗੇ ਪ੍ਰੋਜੈਕਟ ਕਿਹੋ ਜਿਹੇ ਹੈਗੇ ਨੇ? ਸਪੈਸ਼ਲੀ ਮਿਊਜ਼ਿਕ ਦੀ ਗੱਲ ਆਵੇ ਤਾਂ ਮਿਊਜ਼ਿਕ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲੇਗਾ ਸਾਨੂੰ ਤੁਹਾਡੇ ਵੱਲੋਂ? ਮਿਊਜ਼ਿਕ ਬੇਕਦਰਾਂ ਨੂੰ, ਐਕਚੁਅਲ ਦੇ ਵਿੱਚ ਬੇਕਦਰਾਂ ਵਧੀਆ ਗਾਣਾ ਬਣ ਗਿਆ। ਈਵਨ ਮੈਂ ਸੈੱਟ ਤੇ ਸੀਗਾ ਕੁਝ ਦਿਨ ਪਹਿਲਾਂ, ਮੈਂ ਫਰਾ ਮੈਮ ਦੀ ਵੈਨਿਟੀ 'ਚ ਬੈਠਾ, ਮੈਂ ਫਰਾ ਖਾਨ ਨੂੰ ਗਾਣਾ ਦਿਖਾਇਆ, ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ, ਕਹਿੰਦੇ ਬਹੁਤ ਸੋਹਣਾ ਵੀਡੀਓ ਬਣਾਇਆ ਤੁਸੀਂ, ਕਿੱਥੇ ਬਣਾਇਆ, ਕਿੰਨੇ ਪੈਸੇ ਲੱਗੇ, ਕਿਹਨਾਂ ਨੇ ਬਣਾਇਆ।
ਸੋ ਜਦੋਂ ਲੈਜੈਂਡ ਲੋਕ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕਰਦੇ, ਤੁਹਾਨੂੰ ਮਜ਼ਾ ਤੇ ਆਉਂਦਾ ਹੀ ਆ, ਬਟ ਇੱਕ ਡਰ ਵੀ ਵੱਧ ਜਾਂਦਾ ਤੁਹਾਡੇ ਮਨ 'ਚ, ਯਾਰ ਅਗਲਾ ਗਾਣਾ ਇਦਾਂ ਦਾ ਬਣ ਜੂ। ਉਹ ਬੜਾ ਸਟ੍ਰੈਸ ਹੁੰਦਾ ਹੈ। ਤੇ ਜਿੰਨੇ ਵੀ ਆਡੀਓ ਪਲੇਟਫਾਰਮ ਹੈ ਉਹਦੇ ਤੇ ਵੀ ਬੇਕਦਰਾਂ ਨੂੰ ਸਾਰੇ ਜਣੇ ਪਸੰਦ ਕਰ ਰਹੇ ਨੇ। ਰਿਲਾਇੰਸ ਮਿਊਜ਼ਿਕ ਦੇ YouTube ਚੈਨਲ ਤੇ ਵੀ ਲੋਕ ਸਬਸਕ੍ਰਾਈਬ ਕਰ ਰਹੇ ਨੇ, ਦੇਖ ਰਹੇ ਨੇ, ਔਰ ਸਾਡੇ 50,000 ਸਬਸਕ੍ਰਾਈਬਰ ਹੋਣ ਵਾਲੇ ਨੇ ਚੈਨਲ ਤੇ, ਔਰ ਅਸੀਂ ਬੜੇ ਖੁਸ਼ ਹਾਂ। ਔਰ ਅੱਗੇ ਵੀ ਵਧੀਆ ਗਾਣੇ ਬਣੇ ਪਏ ਨੇ, ਚੰਗੇ ਗਾਣੇ ਬਣੇ ਪਏ ਨੇ, ਔਰ 2 ਗਾਣੇ ਆਲਰੇਡੀ ਅਸੀਂ ਸ਼ੂਟ ਕਰ ਲਏ, ਔਰ 1 ਅਕਤੂਬਰ ਦੇ ਵਿੱਚ ਅਸੀਂ ਰਿਲੀਜ਼ ਕਰਾਂਗੇ, 1 ਨਵੰਬਰ ਦੀਵਾਲੀ ਦੇ ਆਸ-ਪਾਸ ਰਿਲੀਜ਼ ਕਰਾਂਗੇ। ਐਂਡ ਉਸ ਤੋਂ ਅੱਗੇ ਵੀ ਚੰਗੇ ਗਾਣੇ ਆਪਣੇ ਵੱਲੋਂ ਤਾਂ ਦੇਖੋ, ਹਰ ਆਦਮੀ ਚੰਗੀ ਚੀਜ਼ ਹੀ ਬਣਾਉਂਦਾ ਹੈ ਨਾ, ਉਹ ਲੋਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ ਉਹ ਬੜੀ ਇੰਪੋਰਟੈਂਟ ਚੀਜ਼ ਹੈ। ਸੋ ਸਾਡੇ ਹਿਸਾਬ ਨਾਲ ਅਸੀਂ ਵਧੀਆ ਹੀ ਬਣਾਈਆਂ, ਔਰ ਪਲੀਜ਼ ਉਮੀਦਾਂ ਰੱਖੋ ਸਾਡੇ ਤੋਂ। ਮੈਂ ਇਹ ਨਹੀਂ ਕਹੂੰਗਾ ਕਿ ਜ਼ਿਆਦਾ ਉਮੀਦਾਂ, ਸਾਡੇ ਤੋਂ ਪੂਰੀਆਂ ਉਮੀਦਾਂ ਰੱਖੋ, ਤਾਂ ਕਿ ਅਸੀਂ ਹੋਰ ਮਿਹਨਤ ਕਰਦੇ ਰਹੀਏ, ਔਰ ਚੰਗੇ ਗਾਣੇ ਆਣਗੇ। ਕਿਉਂਕਿ ਦੀਪਤੀ ਬਹੁਤ ਵਧੀਆ ਗਾਉਂਦੀ ਹੈ, ਦੀਪਤੀ ਬਹੁਤ ਵਧੀਆ ਗਾਉਂਦੀ ਹੈ। ਬੇਕਦਰਾਂ ਦੇ ਵਿੱਚ ਵੀ ਤੁਸੀਂ ਉਹਦੇ ਵੋਕਲ, ਉਹਦੇ ਕੈਮਰਾ ਅਪੀਅਰੈਂਸ, ਔਰ ਇੱਕ ਚੀਜ਼ ਉਹਦੀ ਲੋਕਾਂ ਨੇ ਐਪਰੀਸ਼ੀਏਟ ਕੀਤੀ ਹੈ। ਸੋ ਹੁਣ ਜਿਹੜਾ ਸਾਡਾ ਅਗਲਾ ਗਾਣਾ ਆਏਗਾ ਉਹਦੇ ਵਿੱਚ ਵੀ ਉਹ ਐਕਚੁਅਲੀ ਮੇਰਾ ਸਿੰਗਰ ਆ, ਉਹਦੇ ਦੀਪਤੀ ਨੂੰ ਸਿਰਫ ਇੱਕ ਸਮਾਰਟਲੀ 10 ਸੈਕਿੰਡ ਵਾਸਤੇ ਯੂਜ਼ ਕੀਤਾ ਗਾਣੇ 'ਚ। ਅਸੀਂ ਪ੍ਰੋਡਿਊਸਰ ਹੋਣ ਦਾ ਫਾਇਦਾ ਚੱਕਿਆ, ਉਹ ਘਰ ਦੇ ਆਰਟਿਸਟ ਹੋਣ ਦਾ ਫਾਇਦਾ ਚੱਕਿਆ ਬੇਸਿਕਲੀ। ਜਿਹੜਾ ਸਾਡਾ ਪ੍ਰੋਡਿਊਸਰ ਹੈ ਸੰਕਲਪ ਜੈਪੁਰ ਤੋਂ, ਔਰ ਅਸੀਂ 3 ਗਾਣੇ ਸ਼ੂਟ ਕਰ ਲਿਆ, ਔਰ ਅਸੀਂ ਰਿਲੀਜ਼ ਕਰਦੇ ਨੇ ਬਹੁਤ ਜਲਦੀ, ਬੈਕ ਟੂ ਬੈਕ। ਸੋ ਸਟੇ ਟਿਊਨਡ ਰਹਿਣਾ ਚਾਹੀਦਾ ਲੋਕਾਂ ਨੂੰ ਸਾਡੇ ਨਾਲ, ਸਾਡੇ ਚੈਨਲਸ ਦੇ ਨਾਲ, ਸਾਡੇ ਸੋਸ਼ਲ ਮੀਡੀਆ ਅਕਾਊਂਟਸ ਤੇ ਜੀ। ਸੋ ਆਈ ਗੈਸ ਆਪਾਂ ਲਾਈਵ ਜ਼ਰੂਰ ਐਂਡ ਕਰਨਾ ਹੈ, ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਦਾਂ ਨਹੀਂ ਜਾਣ ਦਵਾਂਗੀ, ਮੈਂ ਬੇਕਦਰਾ ਸੌਂਗ ਤੁਹਾਡੇ ਤੋਂ ਮੇਰੀ ਵੋਟੀ ਨਾਲ ਨਹੀਂ ਹੈਗੀ, ਮੈਨੂੰ ਸਮਝ ਨਹੀਂ ਆਉਂਦਾ, ਕਿਉਂਕਿ ਸਥਾਈ ਉਹ ਹੁੱਕ ਲਾਈਨ, ਉਹ ਸਾਰਾ ਕੁਝ, ਉਹ ਜਦੋਂ ਉਹ ਗਾਉਂਦੀ ਹੈ ਤੇ ਉਹ ਮੈਂ ਨਾਲ ਗਾਉਂਦਾ ਸੋਹਣਾ ਲੱਗਦਾ। ਬਟ ਹਾਂ, ਮੈਂ ਤੁਹਾਨੂੰ ਜਿਹੜੀ ਗਾਣੇ ਦਾ ਮੇਰਾ ਫੇਵਰੇਟ ਪਾਰਟ ਹੈ, ਮੈਂ ਤੁਹਾਨੂੰ ਉਹ ਜ਼ਰੂਰ ਸੁਣਾਉਂਗਾ ਜਦੋਂ ਗਾਣਾ ਖਤਮ ਹੁੰਦਾ ਹੈ। ਜਦੋਂ ਉਹਦੀ ਵਾਈਫ ਆਪਣੇ ਹਸਬੈਂਡ ਤੋਂ ਸੌਰੀ ਫੀਲ ਕਰਦੀ ਹੈ ਕਿ ਯਾਰ ਮੈਂ ਤੇਰੇ ਤੇ ਸ਼ੱਕ ਕੀਤਾ, ਤੇ ਉੱਥੇ ਇੱਕ ਪਿੱਛੇ 2 ਲਾਈਨਾਂ ਆਉਂਦੀਆਂ ਜਿਹੜੀਆਂ ਉਹ ਇਹ ਹੈ ਕਿ ਹੈ ਮੁਹੱਬਤ ਔਰ ਸ਼ੱਕ ਕੀ ਦੁਸ਼ਮਨੀ ਪੁਰਾਣੀ, है मोहब्बत और शक की दुश्मनी पुरानी, होता है जहां एक वहां दूजा नहीं रुकता। सो ਰਿਸ਼ਤਿਆਂ ਦੇ ਵਿੱਚ ਕਹਿੰਦੇ ਸ਼ੱਕ ਨਹੀਂ ਹੋਣਾ ਚਾਹੀਦਾ, ਔਰ ਜਾਂ ਤਾਂ ਸ਼ੱਕ ਰਹਿੰਦਾ ਜਾਂ ਯਕੀਨ ਰਹਿੰਦਾ। ਕਿਉਂਕਿ ਜਦੋਂ ਕਹਿੰਦੇ ਨਾ ਆਪਾਂ ਕਿ ਯਾਰ ਥੋੜਾ ਹਾਂ ਇੰਨਾ ਕੁ ਯਕੀਨ ਤੇ ਹੈਗਾ ਮੈਨੂੰ, ਉਹ ਇੰਨਾ ਕੁ ਨਹੀਂ ਹੁੰਦਾ। ਜਾਂ ਯਕੀਨ ਹੁੰਦਾ ਜਾਂ ਯਕੀਨ ਨਹੀਂ ਹੁੰਦਾ, ਜਾਂ ਅਸੀਂ ਕਹਿੰਦੇ ਮੈਨੂੰ ਥੋੜਾ ਜਿਹਾ ਸ਼ੱਕ ਹੈ, ਉਹ ਥੋੜਾ ਵੀ ਨਹੀਂ ਹੁੰਦਾ, ਜਾਂ ਸ਼ੱਕ ਹੁੰਦਾ ਜਾਂ ਨਹੀਂ ਹੁੰਦਾ। ਸੋ ਮੈਨੂੰ ਐਂ ਲੱਗਦਾ ਕਿ ਉਹ ਮੇਰਾ ਬੈਸਟ ਪਾਰਟ ਹੈ। ਉਹ ਮੈਂ ਬਹੁਤ ਮਤਲਬ ਮੈਂ ਗਾਣੇ ਤੋਂ ਵੱਧ ਉਹ ਗੁਨਗੁਨਾਨਾ ਕਿ ਹੈ ਮੁਹੱਬਤ ਔਰ ਸ਼ੱਕ ਦੀ ਦੁਸ਼ਮਣੀ ਪੁਰਾਣੀ, ਹੋਤਾ ਹੈ ਜਾਂ ਇੱਕ ਵਾਂ ਦੂਜਾ ਨਹੀਂ ਰੁਕਦਾ। ਐਂਡ ਆਈ ਥਿੰਕ ਇਹ ਸਾਰਿਆਂ ਲਈ ਜਿੰਨੇ ਵੀ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਲੋਕ ਨੇ, ਜਿੰਨੇ ਵੀ ਰਿਸ਼ਤਿਆਂ 'ਚ ਨੇ ਲੋਕ, ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਅਮਲ ਕਰਨਾ ਚਾਹੀਦਾ ਕਿ ਨਹੀਂ ਯਾਰ, ਜੇ ਮਨ 'ਚ ਕੋਈ ਸ਼ੰਕਾ ਹੈਗੀ ਹੈ, ਲੱਗਦਾ ਕੁਝ ਹੈਗਾ, ਤੇ ਫਟਾਕਦਾ ਨਹੀਂ ਸਾਹਮਣੇ ਜਾ ਕੇ ਪੁੱਛ ਲਓ, ਕਲੀਅਰ ਕਰ ਲਓ ਚੀਜ਼ਾਂ ਨੂੰ, ਕਿਉਂਕਿ ਰਿਸ਼ਤੇ ਬੜੇ ਔਖੇ ਬਣਦੇ ਨੇ, ਔਰ ਰਿਸ਼ਤੇ ਬਣਾਉਣ ਤੋਂ ਵੀ ਜ਼ਿਆਦਾ ਔਖੇ ਨਿਭਾਉਣੇ ਨੇ। ਸੋ ਦੈਟ ਉਹ ਮੇਰਾ ਬੈਸਟ ਪਾਰਟ ਹੈ। ਐਂਡ ਬਟ ਮੈਂ ਜਿੱਦਾਂ ਹੀ ਦਿੱਤੀ ਵਾਪਸ ਆਏਗੀ, ਉਹ ਦਿੱਲੀ ਸ਼ੂਟ ਤੇ ਗਈ ਹੈ, ਤੇ ਆਪਾਂ ਦੋਨੇ ਹੀ ਬੇਕਦਰਾਂ ਜਦੋਂ ਇਕੱਠੇ ਗੁਣਗੁਣਾਵਾਂਗੇ, ਮੈਂ ਤੁਹਾਨੂੰ ਟੈਗ ਕਰਾਂਗਾ ਘੈਂਟ ਪੰਜਾਬ ਦੇ ਪੇਜ ਤੇ ਤੁਹਾਨੂੰ ਮੈਂ WhatsApp ਤੇ ਵੀ ਭੇਜਾਂਗਾ, ਤੁਸੀਂ ਸੁਣਿਓ। ਕਿਉਂਕਿ ਦੋਨਾਂ ਦਾ ਗਾਣਾ ਮੈਨੂੰ ਐਂ ਲੱਗਦਾ ਕਿ ਮੈਂ ਇਕੱਲਾ ਜਦੋਂ ਗਾਊਂਗਾ ਤੇ ਪਤਾ ਨਹੀਂ ਸਮਹਾਉ ਮੈਨੂੰ ਲੱਗਦਾ ਉਹ ਵੀ ਹੋਣੀ ਚਾਹੀਦੀ ਸੀ, ਬਟ ਉਹ ਕੰਮ ਕਰਕੇ ਬਾਹਰ ਹੈ ਅੱਜ। ਤੇ ਬਟ ਹਾਂ, ਮੈਂ ਉਹ ਜਿੱਥੇ ਵੀ ਉਹਨੂੰ ਉਹਨੂੰ ਕਹਿਣਾ ਚਾਹੁੰਦਾ ਕਿ ਗੱਲ ਮੇਰੀ ਸੁਣੀਏ, ਤੇਰੇ ਬਿਨਾ ਹੁੰਦਾ ਨਹੀਂ ਗੁਜ਼ਾਰਾ। ਬਟ ਆਈ ਗੈਸ ਤੁਸੀਂ ਨਾ ਇੱਥੇ ਇੱਕ ਹੋਰ ਪ੍ਰੋਫੈਸ਼ਨ ਚੂਜ਼ ਕਰ ਸਕਦੇ ਹੋ, ਰਿਲੇਸ਼ਨਸ਼ਿਪ ਟਿਪ ਦੇਣ ਦਾ। ਤੁਸੀਂ ਆਪਣੇ ਰਿਲੇਸ਼ਨਸ਼ਿਪ ਦੇ ਨਾਲ ਨਾ ਰਿਲੇਸ਼ਨਸ਼ਿਪ ਟਿਪ ਵੀ ਦੇ ਦਿੱਤੀ ਕਿ ਜਾਂ ਤਾਂ ਭਰੋਸਾ ਹੁੰਦਾ ਜਾਂ ਤਾਂ ਨਹੀਂ ਹੁੰਦਾ, ਜਾਂ ਨਹੀਂ ਐਕਚੁਅਲ 'ਚ ਨਹੀਂ ਜਾਂ ਹੁੰਦਾ ਜਾਂ ਨਹੀਂ ਹੁੰਦਾ। ਤੁਸੀਂ ਮੇਰੇ ਅਗਰ ਇੰਸਟਾਗ੍ਰਾਮ ਤੇ ਜਾਓਗੇ ਨਾ, ਰਿਲੇਸ਼ਨਸ਼ਿਪ ਟਿਪਸ ਮੈਂ ਦੇ ਰਿਹਾ। ਮੇਰੇ ਉਹ ਚਪੇੜਾਂ ਵਾਲੇ ਵੀਡੀਓ ਬੜੇ ਪਸੰਦ ਆ ਰਹੇ ਲੋਕਾਂ ਨੂੰ, ਜਿਹੜੇ ਮੈਂ ਸਵੇਰੇ ਉੱਠ ਕੇ ਬਣਾਉਣਾ ਹੁੰਦਾ, ਤੇ ਉਹਦੇ 'ਚ ਮੈਂ ਟਿਪ ਹੀ ਦਿੰਦਾ ਹੁੰਦਾ ਕਿ ਜਿਹੜਾ ਅੱਜ ਸਵੇਰੇ ਦਿੱਤੀ ਨੇ ਦਿੱਲੀ ਜਾਣਾ ਸੀ, ਤੇ ਮੈਂ ਸਵੇਰੇ ਉੱਠਿਆ, ਮੈਂ ਕਿਹਾ ਕਿ ਕਿਉਂਕਿ ਸਵੇਰੇ ਉਹਨੇ ਜਾਣਾ ਸੀ, ਤੇ ਇਸ ਕਰਕੇ ਘਰ ਦੇ ਵਿੱਚ 6:30-7 ਵਜੇ ਨਾ ਉਹ ਸ਼ੋਰ ਸ਼ਰਾਬਾ ਪੈਣਾ ਸ਼ੁਰੂ ਹੋ ਜਾਂਦਾ, ਪੈਕਿੰਗ ਕਰਨੀ ਹੈ, ਖਾਣਾ ਬਣਾਉਣਾ ਹੈ, ਇਹ ਸਾਰਾ ਕੁਛ। ਤੇ ਮੈਂ ਉੱਠਿਆ, ਮੈਂ ਵੀਡੀਓ ਬਣਾਇਆ, ਮੈਂ ਕਿਹਾ ਯਾਰ ਨੀਂਦ ਤੇ ਖਰਾਬ ਹੋ ਗਈ, ਪਰ ਜਦੋਂ ਪਤਾ ਲੱਗਿਆ ਇਹਦੀ ਫਲਾਈਟ ਹੈ ਤੇ ਲੱਗਾ ਕਿ ਨੀਂਦ ਖਰਾਬ ਨਹੀਂ ਹੋਈ, ਹੁਣ ਇਹ ਜਾਊਗੀ ਤੇ ਸਕੂਨ ਨਾਲ ਸੋਵਾਂਗੇ। ਤੇ ਉਹ ਪਿੱਛੋਂ ਫਿਰ ਇੱਕ ਥੱਪੜ ਜਿਹਾ ਆਉਂਦਾ ਕੰਨ ਤੇ ਪੈਂਦਾ, ਤੇ ਫਿਰ ਮੈਂ ਕਿਹਾ ਯਾਰ ਬਟ ਜਸਟ ਮੇਕ ਸ਼ੋਰ ਕਿ ਤੁਹਾਡੀ ਵੋਟੀ ਦੀ ਕੈਬ ਆ ਗਈ ਹੋਵੇ ਤੇ ਉਹ ਜਾ ਚੁੱਕੀ ਹੋਵੇ, ਉਸ ਤੋਂ ਬਾਅਦ ਏਦਾਂ ਦੀ ਵੀਡੀਓ ਬਣਾਉਣੇ। ਸੋ ਇਹ ਵੀ ਰਿਲੇਸ਼ਨਸ਼ਿਪ ਟਿਪ ਹੈ। ਬਟ ਆਈ ਥਿੰਕ ਰਿਲੇਸ਼ਨਸ਼ਿਪ ਜਿਹੜੇ ਨੇ ਇਹ ਬਹੁਤ ਨਸੀਬਾਂ ਨਾਲ ਮਿਲਦੇ ਨੇ,
ਸੋ ਜੇ ਤੁਹਾਨੂੰ ਰੱਬ ਨੇ ਨਵਾਜ਼ਿਆ ਹੈ ਇਹ ਦੇ ਕੇ ਤਾਂ ਜਸਟ ਮੇਕ ਸ਼ੋਰ ਕਿ ਤੁਸੀਂ ਇਹਨੂੰ ਸਾਂਭ ਕੇ ਰੱਖੋ ਜੀ। So thank you so much Farzad, it was lovely talking to you. ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ, ਤੁਹਾਡੀ ਪੂਰੀ ਟੀਮ ਦਾ ਬਹੁਤ ਥੈਂਕਸ ਜੀ। ਥੈਂਕ ਯੂ, ਬਾਏ। ਥੈਂਕ ਯੂ, ਬਾਏ ਜੀ।